Hello guys, my name is Gurleen Kaur. Welcome back to my channel. ਸੋ ਇਕੋਨਮੀ ਦੀ ਸੀਰੀਜ਼ ਦੇ ਵਿੱਚ ਅਸੀਂ ਲਾਸਟ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀ ਅਬਾਊਟ ਬਿਟਕੋਇਨ ਟੈਕਨੋਲੋਜੀ। ਅੱਜ ਅਸੀਂ ਗੱਲ ਕਰਾਂਗੇ ਬਿਟਕੋਇਨ ਕ੍ਰਿਪਟੋ ਕਰੰਸੀ ਬਾਰੇ। ਬਲੌਕਚੇਨ ਟੈਕਨੋਲੋਜੀ 'ਤੇ ਬੇਸਡ ਬਹੁਤ ਸਾਰੀਆਂ ਤੁਸੀਂ ਕ੍ਰਿਪਟੋ ਕਰੰਸੀਜ਼ ਦੇਖੋਗੇ, ਜਿਹਦੇ ਵਿੱਚੋਂ ਅਸੀਂ ਅੱਜ ਇੱਕ ਕ੍ਰਿਪਟੋ ਕਰੰਸੀ ਜੋ ਕਿ ਹੈ ਬਿਟਕੋਇਨ ਉਹਦੇ ਬਾਰੇ ਗੱਲ ਕਰਾਂਗੇ। ਸੋ ਬਿਫੋਰ ਸਟਾਰਟਿੰਗ ਦਿਸ ਲੈਕਚਰ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਕਿ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਦੈਨ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ। ਔਰ ਅਗਰ ਵੀਡੀਓ ਤੋਂ ਰਿਲੇਟਿਡ ਤੁਹਾਡਾ ਕੋਈ ਵੀ ਕੁਐਸਚਨ ਹੁੰਦਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਸੋ ਲੈਟਸ ਗੈਟ ਸਟਾਰਟਿਡ। ਸੋ ਲਾਸਟ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਿਆ ਸੀਗਾ ਮਨੀ ਐਂਡ ਬੈਂਕਿੰਗ ਬਾਰੇ ਵੀ ਅਸੀਂ ਵੇਖਿਆ ਸੀਗਾ ਬਲੌਕਚੇਨ ਟੈਕਨੋਲੋਜੀ ਪੜ੍ਹਨ ਤੋਂ ਪਹਿਲਾਂ, ਜਿਸ ਦੇ ਵਿੱਚ ਅਸੀਂ ਇਹ ਵੇਖਿਆ ਸੀ ਫਿਆਟ ਮਨੀ ਕੀ ਹੁੰਦੀ ਹੈ, ਲੀਗਲ ਟੈਂਡਰ ਕੀ ਹੁੰਦਾ ਹੈ। ਦੈਨ ਅਸੀਂ ਵੇਖਿਆ ਸੀ ਕਿ ਲੀਗਲ ਟੈਂਡਰ ਵੀ ਜੋ ਹੈ ਉਹ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਹੁੰਦਾ ਹੈ ਲਿਮਿਟਿਡ ਲੀਗਲ ਟੈਂਡਰ, ਦੂਜਾ ਹੁੰਦਾ ਹੈ ਅਨਲਿਮਿਟਿਡ ਲੀਗਲ ਟੈਂਡਰ। ਦੈਨ ਅਸੀਂ ਇਹਨਾਂ ਬਾਰੇ ਵੀ ਥਰੋਲੀ ਡਿਸਕਸ ਕੀਤਾ ਸੀਗਾ। ਦੈਨ ਉਸ ਤੋਂ ਬਾਅਦ ਅਸੀਂ ਵੇਖਿਆ ਸੀ ਕੋਇਨ ਕੀ ਹੁੰਦਾ ਹੈ, ਕੋਇਨੇਜ ਐਕਟ 2011 ਇਹਦੇ ਬਾਰੇ ਅਸੀਂ ਡਿਸਕਸ ਕੀਤਾ ਸੀ। ਦੈਨ ਅਸੀਂ ਬਲੌਕਚੇਨ ਬਾਰੇ ਪੜ੍ਹਿਆ ਸੀ ਕਿ ਬਲੌਕਚੇਨ ਟੈਕਨੋਲੋਜੀ ਕੀ ਹੁੰਦੀ ਹੈ, ਇਸ ਦੇ ਰਿਗਾਰਡਿੰਗ ਐਪਲੀਕੇਸ਼ਨਸ ਕਿਹੜੀਆਂ ਨੇ, ਅਤੇ ਬਲੌਕਚੇਨ ਟੈਕਨੋਲੋਜੀ ਦੇ ਵਿੱਚ ਕੀ ਪਾਰਟਸ ਹੁੰਦੇ ਨੇ, ਕਿਵੇਂ ਇਹ ਕੰਮ ਕਰਦੀ ਹੈ। ਠੀਕ ਹੈ, ਅਸੀਂ ਇਹ ਜੋ ਡਾਇਗਰਾਮੈਟੀਕਲ ਰਿਪਰੈਜ਼ੈਂਟੇਸ਼ਨਸ ਮੈਂ ਬਣਾ ਰੱਖੀਆਂ ਨੇ ਇਹਨਾਂ ਬਾਰੇ ਵੀ ਅਸੀਂ ਡਿਸਕਸ ਕੀਤਾ ਸੀ। ਦੈਨ ਅਸੀਂ ਇਹ ਵੀ ਦੇਖਿਆ ਸੀਗਾ ਕਿ ਅਗਰ ਕੋਈ ਟ੍ਰਾਂਜੈਕਸ਼ਨ ਬਲੌਕਚੇਨ ਦੇ ਵਿੱਚ ਹੁੰਦੀ ਹੈ ਤਾਂ ਉਸ ਦੀ ਪ੍ਰੋਸੈਸ ਕੀ ਹੈ। ਦੈਨ ਉਸ ਤੋਂ ਬਾਅਦ ਅਸੀਂ ਯੂਜ਼ਸ ਦੇਖੇ ਸੀ ਬਲੌਕਚੇਨ ਦੇ ਕਿ ਕੀ ਯੂਜ਼ਸ ਨੇ, ਬੈਨੀਫਿਟਸ ਵੇਖੇ ਸੀ ਬਲੌਕਚੇਨ ਦੇ। ਦੈਨ ਅਸੀਂ ਡਿਸਐਡਵਾਂਟੇਜਸ ਵੀ ਵੇਖੀਆਂ ਸੀਗੀਆਂ। ਉਸ ਤੋਂ ਬਾਅਦ ਅਸੀਂ ਇਹ ਸਾਰਾ ਕੁਛ ਵੀ ਪੜ੍ਹ ਚੁੱਕੇ ਹਾਂ। ਦੈਨ ਅਸੀਂ ਬਲੌਕਚੇਨ ਬਿਲ ਆਫ ਰਾਈਟਸ ਜੋ ਸੀ ਉਸ ਦੇ ਬਾਰੇ ਵੀ ਡਿਸਕਸ਼ਨ ਕੀਤੀ ਸੀਗੀ। ਸੋ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਕ੍ਰਿਪਟੋ ਕਰੰਸੀ ਬਾਰੇ। ਠੀਕ ਹੈ, ਸੋ ਕ੍ਰਿਪਟੋ ਕਰੰਸੀ ਕੀ ਹੁੰਦੀ ਹੈ। ਦੇਖੋ, ਜੋ ਕ੍ਰਿਪਟੋ ਕਰੰਸੀ ਹੁੰਦੀ ਹੈ ਇਹ ਇੱਕ ਡਿਜੀਟਲ ਜਾਂ ਵਰਚੁਅਲ ਕਰੰਸੀ ਹੁੰਦੀ ਹੈ ਵਿਚ ਇਜ਼ ਐਨ ਆਲਟਰਨੇਟਿਵ ਫਾਰਮ ਆਫ ਪੇਮੈਂਟ ਸਿਕਿਉਰਡ ਬਾਈ ਕ੍ਰਿਪਟੋਗ੍ਰਾਫੀ। ਇਹ ਇੱਕ ਆਲਟਰਨੇਟਿਵ ਫਾਰਮ ਆਫ ਪੇਮੈਂਟ ਹੈ ਕਿ ਨੋਰਮਲੀ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਜੋ ਟ੍ਰਾਂਜੈਕਸ਼ਨਸ ਵਗੈਰਾ ਕਰਦੇ ਨੇ ਉਹ ਕੈਸ਼ ਦੇ ਥਰੂ ਕਰਦੇ ਹੈ, ਰਾਈਟ, ਜਾਂ ਬੈਂਕ ਟੂ ਬੈਂਕ ਟ੍ਰਾਂਸਫਰ ਵਗੈਰਾ ਤੁਸੀਂ ਵੇਖਿਆ ਹੋਊਗਾ ਜੋ ਲੋਕ ਇਹ ਐਪਸ ਵਗੈਰਾ ਯੂਜ਼ ਕਰਦੇ ਨੇ ਲਾਈਕ ਗੂਗਲ ਪੇ, ਫੋਨਪੇ। ਬਟ ਇੱਕ ਕ੍ਰਿਪਟੋ ਕਰੰਸੀ ਵੀ ਹੁੰਦੀ ਹੈ, ਇਹ ਇੱਕ ਡਿਜੀਟਲ ਕਰੰਸੀ ਹੁੰਦੀ ਹੈ ਜਿਸ ਦੇ ਵਿੱਚ ਜੋ ਟ੍ਰਾਂਜੈਕਸ਼ਨ ਹੈ ਉਹ ਇੱਕ ਡਿਜੀਟਲ ਕੋਇਨ ਦੀ ਫਾਰਮ ਦੇ ਵਿੱਚ ਹੁੰਦੀ ਹੈ। ਠੀਕ ਹੈ, ਸੋ ਔਰ ਇਹ ਜਿਹੜਾ ਪੂਰਾ ਸਿਸਟਮ ਹੁੰਦਾ ਇਹਨੂੰ ਕੌਣ ਸਿਕਿਉਰ ਕਰ ਰਿਹਾ ਹੁੰਦਾ, ਕ੍ਰਿਪਟੋਗ੍ਰਾਫੀ। ਅਸੀਂ ਕ੍ਰਿਪਟੋਗ੍ਰਾਫੀ ਬਾਰੇ ਵੀ ਪੜ੍ਹਾਂਗੇ, ਸੋ ਡੋਂਟ ਵਰੀ ਅਬਾਊਟ ਦੈਟ। ਸੋ ਜੋ ਕ੍ਰਿਪਟੋ ਕਰੰਸੀਜ਼ ਹੁੰਦੀਆਂ ਨੇ ਦੇ ਡੋਂਟ ਹੈਵ ਅ ਸੈਂਟਰਲ ਇਸ਼ੂਇੰਗ ਅਥਾਰਟੀ ਔਰ ਰੈਗੂਲੇਟਿੰਗ ਅਥਾਰਟੀ। ਇਹਨਾਂ ਨੂੰ ਕੋਈ ਵੀ ਸੈਂਟਰਲ ਅਥਾਰਟੀ ਰੈਗੂਲੇਟ ਨਹੀਂ ਕਰਦੀ। ਠੀਕ ਹੈ, ਅੱਗੇ ਅਸੀਂ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਚੀਜ਼ ਦੱਸ ਦਿੰਦੀ ਹਾਂ ਕਿ ਐਕਚੁਅਲ 'ਚ ਹੈ ਕੀ ਇਹ, ਬਿਕੋਜ਼ ਸਲਾਈਡਸ ਮੈਨੂੰ ਪਤਾ ਤੁਸੀਂ ਖੁਦ ਪੜ੍ਹ ਲਓਗੇ, ਇਹ ਈਜ਼ੀ ਨੇ। ਠੀਕ ਹੈ, ਬਟ ਉਸ ਤੋਂ ਪਹਿਲਾਂ ਜੋ ਕੰਸੈਪਟ ਹੈ ਸਾਡੇ ਲਈ ਉਹ ਸਮਝਣਾ ਕਾਫੀ ਜ਼ਰੂਰੀ ਹੈ। ਠੀਕ ਹੈ, ਸੋ ਬਿਟਕੋਇਨ ਜਾਂ ਬਾਕੀਆਂ ਜਿਹੜੀ ਕ੍ਰਿਪਟੋ ਕਰੰਸੀ ਕੋਇਨਸ ਹੁੰਦੇ ਨੇ ਇਹ ਸਾਰੇ ਬਲੌਕਚੇਨ ਟੈਕਨੋਲੋਜੀ ਅਸੀਂ ਲਾਸਟ ਵੀਡੀਓ ਦੇ ਵਿੱਚ ਵੇਖੀ ਹੈ, ਸੋ ਤੁਸੀਂ ਉੱਥੇ ਦੇਖ ਸਕਦੇ ਹੋ। ਅਗਰ ਮੈਂ ਇਸ ਵੀਡੀਓ ਦੇ ਵਿੱਚ ਵੀ ਉਸ ਦਾ ਨੀਚੇ ਲਿੰਕ ਦੇ ਦੇਵਾਂਗੀ। ਠੀਕ ਹੈ, ਇਕੋਨਮੀ ਦੀ ਸੀਰੀਜ਼ ਦੇ ਵਿੱਚ ਤੁਸੀਂ ਉਸ ਦੀ ਮੈਂ ਅਲੱਗ ਤੋਂ ਪਲੇਲਿਸਟ ਬਣਾ ਰੱਖੀ ਹੈ, ਉਸ ਦੇ ਵਿੱਚ ਵੀ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ। ਠੀਕ ਹੈ, 4th ਨੰਬਰ 'ਤੇ ਲੈਕਚਰ ਹੈ ਬਲੌਕਚੇਨ ਟੈਕਨੋਲੋਜੀ ਦੇ ਬਾਰੇ। ਸੋ ਬਿਟਕੋਇਨ ਔਰ ਬਾਕੀ ਜੋ ਕ੍ਰਿਪਟੋ ਕਰੰਸੀ ਕੋਇਨਸ ਹੁੰਦੇ ਨੇ ਇਹ ਬਲੌਕਚੇਨ ਦੇ 'ਤੇ ਬੇਸਡ ਹੁੰਦੇ ਨੇ। ਔਰ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜੋ ਟ੍ਰਾਂਜੈਕਸ਼ਨਸ ਹੈ ਉਹ ਸਿਕਿਉਰਲੀ ਰਿਕਾਰਡ ਕੀਤੀਆਂ ਜਾਂਦੀਆਂ ਨੇ। ਲਾਈਕ ਇਹ ਕੋਈ ਵੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਹੈ ਜਾਂ ਕੋਈ ਵੀ ਆਈਡੈਂਟਿਟੀ ਹੈ ਕ੍ਰਿਪਟੋ ਕਰੰਸੀਜ਼ ਨੂੰ ਲੈ ਕੇ ਬਾਇਰਸ ਐਂਡ ਸੈਲਰਸ ਦੇ ਵਿੱਚ, ਉਸ ਨੂੰ ਇਹ ਕੀ ਕਰਦਾ ਹੈ, ਪ੍ਰੋਟੈਕਟ ਕਰਦਾ ਹੈ। ਠੀਕ ਹੈ, ਹੁਣ ਬਲੌਕਚੇਨ ਜੋ ਹੈ ਇਹਦੇ ਬਾਰੇ ਤੁਸੀਂ ਵੇਖੋਗੇ ਕਿ ਬਲੌਕਚੇਨ ਜਿਹੜਾ ਹੈਗਾ ਉਸੇ ਨੂੰ ਹੀ ਯੂਜ਼ ਕਰਕੇ ਅਸੀਂ ਜੋ ਹੈ ਇਹ ਟ੍ਰਾਂਜੈਕਸ਼ਨਸ ਵਗੈਰਾ ਕਰ ਸਕਦੇ ਹਾਂ। ਠੀਕ ਹੈ, ਸੋ ਜਸਟ ਅ ਮੋਮੈਂਟ। ਹਾਂਜੀ, ਤੋ ਜਿਹੜਾ ਇਹ ਸਿਸਟਮ ਹੁੰਦਾ ਹੈ ਕ੍ਰਿਪਟੋ ਕਰੰਸੀਜ਼ ਦਾ, ਇਹ ਪੀਅਰ ਟੂ ਪੀਅਰ ਸਿਸਟਮ ਹੁੰਦਾ ਹੈ। ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਨੈਟਵਰਕਸ ਹੁੰਦੇ ਨੇ ਉਹ ਆਪਸ ਦੇ ਵਿੱਚ ਜੁੜੇ ਹੋਏ ਹੁੰਦੇ ਨੇ। ਠੀਕ ਹੈ,
ਔਰ ਜਦੋਂ ਵੀ ਤੁਸੀਂ ਕਿਸੇ ਨੂੰ ਟ੍ਰਾਂਜੈਕਸ਼ਨ ਵਗੈਰਾ ਕਰਦੇ ਹੋ ਇਨ ਦਾ ਫਾਰਮ ਆਫ ਬਿਟਕੋਇਨਸ, ਤਾਂ ਉਸ ਦੇ ਰਿਗਾਰਡਿੰਗ ਜੋ ਵੀ ਐਂਟਰੀ ਆ ਉਹ ਬਲੋਕਚੇਨ ਟੈਕਨੋਲੋਜੀ ਆਫ ਬਿਟਕੋਇਨਸ ਉਸ ਦੇ ਵਿੱਚ ਸਟੋਰ ਹੋ ਜਾਂਦੀ ਹੈ, ਔਰ ਉਹ ਸਾਰਿਆਂ ਕੋਲ ਪਤਾ ਚੱਲ ਜਾਂਦਾ ਹੈ ਕਿ ਬਿਟਕੋਇਨ ਦੇ ਵਿੱਚ ਕਿਹਨੇ ਟ੍ਰਾਂਜੈਕਸ਼ਨ ਕੀਤੀ ਹੈ ਅਤੇ ਕਿਸ ਨੂੰ ਭੇਜੀ ਗਈ ਹੈ। ਠੀਕ ਹੈ, ਅਤੇ ਜਿਹੜੀ ਇਹ ਕ੍ਰਿਪਟੋ ਕਰੰਸੀ ਹੈ ਇਸ ਦੇ ਵਿੱਚ ਇਨਕ੍ਰਿਪਟਡ ਔਰ ਇਨਕ੍ਰਿਪਸ਼ਨ ਔਰ ਡਿਕ੍ਰਿਪਸ਼ਨ ਜਿਹੜੀ ਹੈਗੀ ਆ ਉਸ ਨੂੰ ਯੂਜ਼ ਕੀਤਾ ਜਾਂਦਾ ਹੈ, ਜਿਸ ਦੇ ਬਾਰੇ ਮੈਂ ਗੱਲ ਕਰ ਰਹੀ ਸੀ, ਜਿਸ ਨੂੰ ਅਸੀਂ ਕ੍ਰਿਪਟੋਗ੍ਰਾਫੀ ਵੀ ਬੋਲਦੇ ਹਾਂ। ਠੀਕ ਹੈ, ਸੋ ਜਿੰਨੀ ਵੀ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਉਸ ਦੇ ਵਿੱਚ ਇੱਕ ਐਡਵਾਂਸ ਕੋਡਿੰਗ ਹੁੰਦੀ ਹੈ। ਠੀਕ ਹੈ, ਅਤੇ ਜਿਸ ਦੇ ਥਰੂ ਇਹ ਜੋ ਟ੍ਰਾਂਜੈਕਸ਼ਨ ਹੋਈ ਆ ਉਹ ਕਾਫੀ ਸਿਕਿਉਰ ਵੇ ਨਾਲ ਹੁੰਦੀ ਹੈ। ਜੋ ਫਸਟ ਕ੍ਰਿਪਟੋ ਕਰੰਸੀ ਸੀ ਦੈਟ ਵਾਜ਼ ਬਿਟਕੋਇਨ, ਔਰ ਇਸ ਨੂੰ 2009 ਦੇ ਵਿੱਚ ਕੀ ਕੀਤਾ ਗਿਆ ਸੀ, ਫਾਊਂਡ ਕੀਤਾ ਗਿਆ ਸੀ। ਵੈਸੇ ਤਾਂ ਬਹੁਤ ਸਾਰੀ ਕ੍ਰਿਪਟੋ ਕਰੰਸੀਜ਼ ਹੁੰਦੀਆਂ ਨੇ ਲਾਈਕ ਲਾਈਟ ਕੋਇਨ, ਬਿਟਕੋਇਨ, ਰਿਪਲ ਐਂਡ ਐਥੇਰਮ। ਠੀਕ ਹੈ, ਸੋ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ। ਦੈਨ ਬਿਟਕੋਇਨ ਦੇ ਬਾਰੇ ਵੇਖਦੇ ਹਾਂ ਕਿ ਇੱਕ ਪਰਸਨ ਸੀ ਸਤੋਸ਼ੀ ਨਾਕਾਮੋਟੋ। ਐਕਚੁਅਲੀ ਇਹ ਨਾਮ ਵੀ ਅਸਲੀ ਨਹੀਂ ਹੈ, ਬਿਕੋਜ਼ ਜਿਸ ਬੰਦੇ ਨੇ ਬਲੋਕਚੇਨ ਟੈਕਨੋਲੋਜੀ ਦਾ ਯੂਜ਼ ਕਰਕੇ ਬਿਟਕੋਇਨ ਡਿਵੈਲਪ ਕੀਤਾ ਸੀਗਾ, ਉਸ ਬੰਦੇ ਨੇ ਆਪਣੀ ਕੋਈ ਵੀ ਇਨਫੋਰਮੇਸ਼ਨ ਨਹੀਂ ਰਿਵੀਲ ਕੀਤੀ ਕਿ ਕੌਣ ਹੈ ਕੌਣ ਨਹੀਂ। ਸੋ ਇਹ ਬੇਸਿਕਲੀ ਇਸ ਨੂੰ ਨਾਮ ਦੇ ਦਿੱਤਾ ਗਿਆ ਸਤੋਸ਼ੀ ਨਾਕਾਮੋਟੋ, ਕਿ ਇਹ ਇੱਕ ਪਰਸਨ ਸੀਗਾ ਜਿਸ ਨੇ ਫਸਟ ਬਿਟਕੋਇਨ ਜਿਹੜਾ ਸੀ ਡਿਵੈਲਪ ਕੀਤਾ ਸੀ ਬਾਈ ਯੂਜ਼ਿੰਗ ਬਲੋਕਚੇਨ ਟੈਕਨੋਲੋਜੀ। ਠੀਕ ਹੈ, ਸੋ ਦੈਟਸ ਆਲ ਅਬਾਊਟ ਬਿਟਕੋਇਨ। ਹੁਣ ਅਸੀਂ ਵੇਖਦੇ ਹਾਂ ਕ੍ਰਿਪਟੋਗ੍ਰਾਫੀ। ਡੋਂਟ ਵਰੀ, ਅੱਗੇ ਤੁਸੀਂ ਮੈਂ ਵੀ ਦੱਸਾਂਗੀ ਬਿਟਕੋਇਨ ਦੀ ਮਾਈਨਿੰਗ ਵਗੈਰਾ ਕਿੱਦਾਂ ਹੁੰਦੀ ਹੈ, ਅਸੀਂ ਪੂਰੀ ਡਿਟੇਲ ਦੇ ਵਿੱਚ ਪੜ੍ਹਾਂਗੇ। ਵੈਸੇ ਤਾਂ ਇਹ ਕਾਫੀ ਟੈਕਨੀਕਲ ਕਨਸੈਪਟ ਹੈ, ਬਟ ਅਗਰ ਇਸ ਨੂੰ ਅਸੀਂ ਗਵਰਨਮੈਂਟ ਐਗਜ਼ਾਮ ਜਾਂ IAS ਦੇ ਪਰਪਸ ਦੇ ਲਈ ਵੇਖ ਰਹੇ ਹਾਂ ਤਾਂ ਉਹਦੇ ਲਈ ਸਾਡੇ ਲਈ ਐਨੀ ਇਨਫੋ ਜਿਹੜੀ ਹੈਗੀ ਉਹ ਮੋਰ ਦੈਨ ਇਨਫ ਹੋਊਗੀ। ਠੀਕ ਹੈ, ਸੋ ਦੈਨ ਆਉਂਦਾ ਹੈ ਕਿ ਕ੍ਰਿਪਟੋਗ੍ਰਾਫੀ ਕੀ ਹੁੰਦੀ ਹੈ। ਦੇਖੋ, ਇਹ ਇੱਕ ਮੈਥਡ ਹੁੰਦਾ ਹੈ, ਠੀਕ ਹੈ, ਜਿਸ ਦੇ ਵਿੱਚ ਤੁਸੀਂ ਕੀ ਕਰਦੇ ਹੋ, ਤੁਸੀਂ ਜੋ ਵੀ ਇਨਫੋਰਮੇਸ਼ਨ ਸੈਂਡ ਕਰ ਰਹੇ ਹੋ ਕੋਡਿੰਗ ਦੀ ਫੋਰਮ ਦੇ ਵਿੱਚ ਭੇਜਦੇ ਹੋ, ਤਾਂ ਕਿ ਜੋ ਤੁਸੀਂ ਮੈਸੇਜ ਭੇਜਿਆ, ਜਿਸ ਬੰਦੇ ਲਈ ਭੇਜਿਆ, ਉਹੀ ਉਸਨੂੰ ਕੀ ਕਰ ਸਕੇ, ਰੀਡ ਕਰ ਸਕੇ। ਠੀਕ ਹੈ, ਔਰ ਇਸ ਦੇ ਵਿੱਚ ਇਨਕ੍ਰਿਪਸ਼ਨ ਔਰ ਡਿਕ੍ਰਿਪਸ਼ਨ ਦਾ ਯੂਜ਼ ਕੀਤਾ ਜਾਂਦਾ ਤਾਂ ਕਿ ਤੁਹਾਡੀ ਕਮਿਊਨੀਕੇਸ਼ਨ ਜੋ ਹੈ ਉਹ ਸਿਕਿਉਰ ਰਹੇ ਇਨ ਪ੍ਰੈਜ਼ੈਂਸ ਆਫ ਥਰਡ ਪਾਰਟੀ। ਜਿਵੇਂ ਕਿ ਦੇਖੋ, ਤੁਸੀਂ WhatsApp ਅਗਰ ਯੂਜ਼ ਕਰਦੇ ਹੋ ਤਾਂ ਉਹਦੇ ਵਿੱਚ ਵੀ ਤੁਹਾਨੂੰ ਲਿਖਿਆ ਹੋਇਆ ਮਿਲੂਗਾ ਕਿ ਮੈਸੇਜਿਸ ਆਰ ਐਂਡ ਟੂ ਐਂਡ ਇਨਕ੍ਰਿਪਟਡ। ਠੀਕ ਹੈ, ਤਾਂ ਉਹ ਚੀਜ਼ ਕੀ ਹੁੰਦੀ ਹੈ, ਦੇਖੋ ਕ੍ਰਿਪਟੋਗ੍ਰਾਫੀ ਨਾ ਇੱਕ ਇਹੋ ਜਿਹੀ ਟੈਕਨੀਕ ਹੈ ਜਿਸ ਦੇ ਵਿੱਚ ਜੋ ਪਲੇਨ ਟੈਕਸਟ ਹੈ, ਜੋ ਤੁਸੀਂ ਟੈਕਸਟ ਭੇਜਦੇ ਹੋ, ਉਹ ਕਨਵਰਟ ਹੋ ਜਾਂਦਾ ਇਨਟੂ ਸਾਈਫਰ ਟੈਕਸਟ। ਮੈਂ ਇੱਥੇ ਡਾਇਗਰਾਮ ਬਣਾ ਰੱਖਿਆ। ਹਾਂਜੀ, ਫੋਰ ਐਗਜ਼ਾਮਪਲ ਕਿ ਸਭ ਤੋਂ ਪਹਿਲਾਂ ਸੁਣੋ ਮੇਰੀ ਗੱਲ, ਕਿ ਕ੍ਰਿਪਟੋਗ੍ਰਾਫੀ ਇੱਕ ਐਸੀ ਟੈਕਨੀਕ ਹੈ ਜਿਸ ਦੇ ਵਿੱਚ ਜੋ ਪਲੇਨ ਟੈਕਸਟ ਹੈ, ਫੋਰ ਐਗਜ਼ਾਮਪਲ ਇੱਥੇ ਲਿਖਿਆ ਹੋਇਆ ਹੈਲੋ, ਇਹ ਕਨਵਰਟ ਹੋ ਜਾਂਦਾ ਇਨਟੂ ਸਾਈਫਰ ਟੈਕਸਟ। ਹੁਣ ਇਹ ਦੇਖੋ, ਇਹ ਹੈਲੋ ਨੂੰ ਕਨਵਰਟ ਕਰਤਾ ਸਾਈਫਰ ਟੈਕਸਟ। ਸਾਈਫਰ ਟੈਕਸਟ ਦਾ ਮਤਲਬ ਕੀ ਹੁੰਦਾ ਹੈ, ਇੱਕ ਇਹੋ ਜਿਹਾ ਟੈਕਸਟ ਜੋ ਨੋਰਮਲੀ ਕੋਈ ਵੀ ਬੰਦਾ ਰੀਡ ਕਰ ਸਕਦਾ ਹੈ, ਬਟ ਕੋਈ ਵੀ ਬੰਦਾ ਉਸਨੂੰ ਅੰਡਰਸਟੈਂਡ ਨਹੀਂ ਕਰ ਸਕਦਾ। ਲਾਈਕ ਪਲੇਨ ਟੈਕਸਟ ਹੈ, ਦੇਖੋ ਇਸ ਨੂੰ ਤੁਸੀਂ ਰੀਡ ਵੀ ਕਰ ਸਕਦੇ ਹੋ, ਇਹ ਅੰਡਰਸਟੈਂਡ ਵੀ ਹੈ ਕਿ ਹੈਲੋ ਕਿਸ ਚੀਜ਼ ਨੂੰ ਅਸੀਂ ਹੈਲੋ ਬੋਲਦੇ ਹਾਂ। ਠੀਕ ਹੈ, ਬਟ ਇਹ ਚੀਜ਼ ਜੋ ਹੈ ਸਾਈਫਰ ਟੈਕਸਟ, ਇਸ ਨੂੰ ਤੁਸੀਂ ਰੀਡ ਕਰ ਸਕਦੇ ਹੋ ਬਟ ਇਹ ਤੁਸੀਂ ਸਮਝ ਨਹੀਂ ਪਾਓਗੇ, ਬਿਕੋਜ਼ ਇਹ ਕੋਡਿੰਗ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ ਹੈ। ਠੀਕ ਹੈ, ਇਹ ਕੋਡਿੰਗ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ, ਤੁਹਾਨੂੰ ਪਤਾ ਹੈ ਕਿ ਇਸ ਦਾ ਮਤਲਬ ਕੀ ਹੈ। ਸੋ ਇਹੀ ਹੁੰਦਾ ਹੈ ਸਾਈਫਰ ਟੈਕਸਟ, ਦੈਟ ਕੈਨ ਬੀ ਰੀਡ ਬਾਈ ਐਨੀ ਵਨ ਬਟ ਕੈਨ ਨਾਟ ਬੀ ਅੰਡਰਸਟੂਡ ਬਾਈ ਐਵਰੀ ਵਨ। ਠੀਕ ਹੈ, ਕੋਈ ਇੱਦਾਂ ਨਹੀਂ ਕਿ ਇਹਨੂੰ ਕੋਈ ਵੀ ਸਮਝ ਲੇ। ਸੋ ਕ੍ਰਿਪਟੋਗ੍ਰਾਫੀ ਜਿਹੜੀ ਟੈਕਨੀਕ ਹੁੰਦੀ ਹੈ ਨਾ, ਇਹ ਇਸ ਕਰਕੇ ਯੂਜ਼ ਕੀਤੀ ਜਾਂਦੀ ਹੈ ਤਾਂ ਕਿ ਜੋ ਸਾਡਾ ਮੇਨ ਪਰਪਸ ਹੈ ਕੌਨਫੀਡੈਂਸ਼ੀਅਲਿਟੀ, ਠੀਕ ਹੈ, ਕੌਨਫੀਡੈਂਸ਼ੀਅਲਿਟੀ ਬਣੀ ਰਹੇ, ਉਸ ਲਈ ਇਸ ਨੂੰ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ, ਤੋ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਕੋਈ ਵੀ ਤੁਸੀਂ ਟੈਕਸਟ ਭੇਜਦੇ ਹੋ, ਠੀਕ ਹੈ, ਉਹ ਵਿੱਚ 'ਚ ਲਾਈਕ ਇਹ ਪੂਰਾ ਚੈਨਲ ਹੈ ਜਿਸ ਦੇ ਥਰੂ, ਹੁਣ ਦੇਖੋ ਇਹ ਜਿਹੜਾ ਹੈਗਾ ਇਹ ਸੈਂਡਰ ਹੈ ਜੋ ਮੈਸੇਜ ਸੈਂਡ ਕਰ ਰਿਹਾ, ਉਰੇ ਕੌਣ ਹੈ, ਰਿਸੀਵਰ ਹੈ। ਠੀਕ ਹੈ, ਉਰੇ ਇਹ ਕੌਣ ਹੈ, ਸੈਂਡਰ ਹੈ। ਠੀਕ ਹੈ, ਔਰ ਉਰੇ ਕੌਣ ਹੈ, ਰਿਸੀਵਰ। ਸੋ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਤੋਂ ਮੈਸੇਜ ਸੈਂਡ ਹੋਊਗਾ, ਇੱਥੇ ਜੋ ਬੰਦਾ ਹੈ ਉਸ ਨੂੰ ਰਿਸੀਵ ਕਰੂਗਾ, ਅਤੇ ਵਿੱਚ 'ਚ ਜਿਹੜਾ ਇਹ ਪੂਰਾ ਚੈਨਲ ਹੈ। ਹੁਣ ਦੇਖੋ, ਸਾਨੂੰ ਪਤਾ ਹੈ ਕਿ ਇੰਟਰਨੈੱਟ ਦੀ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਜੋ ਹੈਗੀ ਆ ਉਹ ਸਿਕਿਉਰ ਨਹੀਂ ਹੁੰਦੀ। ਹਰ ਚੀਜ਼ ਜੋ ਹੈ ਉਹ ਵਲਨਰੇਬਲ ਹੁੰਦੀ ਹੈ ਕਿ ਉਸਨੂੰ ਹੈਕ ਕੀਤਾ ਜਾ ਸਕਦਾ। ਠੀਕ ਹੈ,
ਤੇ ਤੁਸੀਂ ਅਗਰ ਇਸ ਦੇ ਵਿੱਚ ਕ੍ਰਿਪਟੋਗ੍ਰਾਫੀ ਦੇ ਵਿੱਚ ਕੀ ਹੁੰਦਾ ਹੈ, ਦੇਖੋ ਨੋਰਮਲੀ ਕੀ ਹੈ, ਨੋਰਮਲੀ ਅਗਰ ਤੁਸੀਂ ਮੈਸੇਜ ਭੇਜ ਰਹੇ ਹੋ, ਠੀਕ ਹੈ, ਉਸ ਚੀਜ਼ ਦੀ ਕੋਈ ਗਾਰੰਟੀ ਨਹੀਂ ਹੈ ਕਿ ਵਿੱਚ 'ਚ ਉਸ ਮੈਸੇਜ ਨੂੰ ਕੋਈ ਥਰਡ ਪਾਰਟੀ ਨਾ ਦੇਖੇ। ਹੋ ਸਕਦਾ ਹੈ ਕਿ ਉਸਨੂੰ ਕੋਈ ਥਰਡ ਪਾਰਟੀ ਦੇਖ ਲੇ। ਉੱਥੇ ਨਹੀਂ ਅਸੀਂ ਕਹੂੰਗੇ ਕਿ ਸਾਡੀ ਕੌਨਫੀਡੈਂਸ਼ੀਅਲਿਟੀ ਜੋ ਹੈਗੀ ਉਹ ਉਸਦਾ ਬ੍ਰੀਚ ਹੋ ਗਿਆ, ਠੀਕ ਹੈ, ਸਾਡੀ ਚੀਜ਼ ਸਿਕਿਉਰ ਨਹੀਂ ਰਹੀ, ਕਿਉਂਕਿ ਉਹ ਕਿਸੇ ਨੇ ਵੇਖ ਲਈ। ਬਟ ਹਾਂ, ਅਗਰ ਉਹ ਕਿਸੇ ਨੇ ਚੀਜ਼ ਅੰਡਰਸਟੈਂਡ ਵੀ ਕਰ ਲਈ, ਉੱਥੇ ਤੁਸੀਂ ਬੋਲ ਸਕਦੇ ਹੋ ਕਿ ਹਾਂ ਇੱਥੇ ਸਾਡੀ ਜੋ ਪ੍ਰੀਵੇਸੀ ਹੈ, ਜੋ ਕੌਨਫੀਡੈਂਸ਼ੀਅਲਿਟੀ ਹੈ, ਉਸਦਾ ਕੀ ਹੋਇਆ, ਬ੍ਰੀਚ ਹੋਇਆ, ਠੀਕ ਹੈ। ਹੁਣ ਕੀ ਹੁੰਦਾ ਹੈ, ਕਈ ਵਾਰ ਫੋਰ ਐਗਜ਼ਾਮਪਲ ਤੁਸੀਂ ਨੋਰਮਲੀ ਕਿਸੇ ਨੂੰ ਮੈਸੇਜ ਭੇਜ ਰਹੇ ਹੋ, ਅਗਰ ਵਿੱਚ ਇਸ ਚੈਨਲ ਦੇ ਵਿੱਚ ਕਿਸੇ ਥਰਡ ਪਾਰਟੀ ਨੇ, ਕਿਸੇ ਹੈਕਰ ਨੇ ਉਸਨੂੰ ਹੈਕ ਕਰਕੇ ਚੇਂਜ ਕਰਤਾ ਮੰਨ ਲਓ, ਠੀਕ ਹੈ, ਤਾਂ ਅੱਗੇ ਜਾ ਕੇ ਤੁਹਾਨੂੰ ਇਸ ਦੇ ਰਿਗਾਰਡਿੰਗ ਪ੍ਰੋਬਲਮ ਆ ਸਕਦੀ ਹੈ। ਤੁਸੀਂ ਕੁਛ ਹੋਰ ਲਿਖ ਕੇ ਭੇਜਿਆ, ਇਸ ਬੰਦੇ ਕੋਲ ਕੁਛ ਹੋਰ ਜੋ ਹੈ ਚੀਜ਼ ਸੈਂਡ ਹੋ ਗਈ, ਠੀਕ ਹੈ, ਸੋ ਇਟ ਵਿਲ ਕ੍ਰੀਏਟ ਪ੍ਰੋਬਲਮ। ਤੋ ਇਸੇ ਕਰਕੇ ਕੀ ਹੁੰਦਾ ਹੈ ਕਿ ਵਿੱਚ 'ਚ ਮੈਸੇਜ ਨੂੰ ਇਸ ਤਰੀਕੇ ਨਾਲ ਕਨਵਰਟ ਕਰ ਦਿੱਤਾ ਜਾਂਦਾ ਹੈ ਕੋਡਿੰਗ ਦੇ ਵਿੱਚ ਕਿ ਅਗਰ ਬਾਈ ਚਾਂਸ ਉਹ ਅਗਰ ਕਿਸੇ ਨੇ ਹੈਕ ਕਰ ਵੀ ਲਿਆ, ਅਗਰ ਕਿਸੇ ਥਰਡ ਪਾਰਟੀ ਕੋਲ ਪਹੁੰਚ ਵੀ ਗਿਆ, ਬਟ ਇੱਦਾਂ ਹੋ ਜਾਵੇ ਕਿ ਉਹ ਬੰਦਾ ਹੈਗਾ ਜਿਹੜਾ ਜਿਸਨੇ ਹੈਕ ਕੀਤਾ ਹੈ ਜਾਂ ਕਿਸੇ ਨੇ ਵੇਖਿਆ, ਉਹ ਉਸਨੂੰ ਸਮਝ ਨਾ ਪਾਵੇ, ਠੀਕ ਹੈ। ਸੋ ਇਸੇ ਦੇ ਵਿੱਚ ਜੋ ਹੈ ਕ੍ਰਿਪਟੋਗ੍ਰਾਫੀ ਦਾ ਕੀ ਹੈ, ਬਹੁਤ ਵੱਡਾ ਰੋਲ ਹੈ, ਠੀਕ ਹੈ। ਤੋ ਇਸ ਦੇ ਵਿੱਚ ਕੀ ਹੋਊਗਾ, ਤੁਸੀਂ ਕੋਈ ਵੀ ਨੋਰਮਲ ਮੈਸੇਜ ਭੇਜੋਗੇ, ਇੱਥੇ ਇੱਕ ਇਨਕ੍ਰਿਪਟਿਡ ਕੀ ਹੁੰਦੀ ਹੈ, ਲਾਈਕ ਐਲਗੋਰੀਦਮ ਟਾਈਪ ਹੁੰਦੇ ਆ ਇਹ, ਮਤਲਬ ਇੱਥੇ ਕੋਡਿੰਗ ਵਗੈਰਾ ਜਿਹੜੀ ਹੈ ਇੱਕ ਕਰ ਦਿੱਤੀ ਜਾਂਦੀ ਹੈ, ਇਨਕ੍ਰਿਪਟ ਕਰ ਦਿੱਤਾ ਜਾਂਦਾ ਹੈ ਮੈਸੇਜ, ਇਹ ਸਾਈਫਰ ਟੈਕਸਟ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਦੈਨ ਉਸ ਤੋਂ ਬਾਅਦ ਫਿਰ ਹੁਣ ਦੇਖੋ ਰਿਸੀਵਰ ਨੇ ਪੜ੍ਹ ਲੈਣਾ, ਉਹ ਮੈਸੇਜ ਪੜ੍ਹਨਾ ਹੈ, ਠੀਕ ਹੈ। ਹੁਣ ਓਬਵੀਅਸ ਹੈ ਨਾ, ਇਹ ਇਨਕ੍ਰਿਪਟ ਜੋ ਇੱਕ ਵਾਰ ਮੈਸੇਜ ਹੋ ਗਿਆ ਸਾਈਫਰ ਟੈਕਸਟ ਦੀ ਫਾਰਮ ਦੇ ਵਿੱਚ, ਹੁਣ ਉਹ ਡੀਕ੍ਰਿਪਟ ਵੀ ਤਾਂ ਹੋਣਾ ਚਾਹੀਦਾ, ਉਸਦੀ ਵੀ ਇੱਕ ਕੀ ਹੋਣੀ ਚਾਹੀਦੀ ਜੋ ਉਸਨੂੰ ਡੀਕ੍ਰਿਪਟ ਕਰ ਦੇ, ਠੀਕ ਹੈ। ਸੋ ਉਹ ਵੀ ਰਿਸੀਵਰ ਕੋਲ ਪਹੁੰਚਣ ਤੋਂ ਪਹਿਲਾਂ ਇਸ ਚੈਨਲ ਦੇ ਰਾਹੀਂ ਇੱਕ ਇਹੋ ਜਿਹੀ ਜਗ੍ਹਾ ਆਉਂਦੀ ਹੈ ਜਿੱਥੇ ਉਸ ਸਾਈਫਰ ਟੈਕਸਟ ਨੂੰ ਡੀਕ੍ਰਿਪਟ ਕਰ ਦਿੱਤਾ ਜਾਂਦਾ ਹੈ। ਨੋਰਮਲੀ ਜੋ ਮੈਸੇਜ ਐਕਚੁਅਲ ਫਾਰਮ 'ਚ ਸੀ ਉਸ ਫਾਰਮ 'ਚ ਕਰਕੇ ਫਿਰ ਜਿਹੜਾ ਰਿਸੀਵਰ ਹੈ ਉਸ ਕੋਲ ਮੈਸੇਜ ਪਹੁੰਚ ਜਾਂਦਾ ਹੈ। ਇਸ ਨੂੰ ਬੋਲਦੇ ਹਾਂ ਡੀਕ੍ਰਿਪਸ਼ਨ, ਠੀਕ ਹੈ। ਸੋ ਇਹੀ ਜਿਹੜੀ ਹੁੰਦੀ ਆ ਪੂਰੀ ਪ੍ਰੋਸੈਸ, ਦਿਸ ਇਜ਼ ਨੋਨ ਐਜ਼ ਕ੍ਰਿਪਟੋਗ੍ਰਾਫੀ। ਐਂਡ ਦੇਖੋ ਕ੍ਰਿਪਟੋਗ੍ਰਾਫੀ ਜਿਹੜੀ ਹੈਗੀ ਹੈ ਇਹ ਅੱਜ ਦੀ ਨਹੀਂ ਹੈ। ਨੋਰਮਲੀ ਲੋਕ ਸੋਚਦੇ ਆ ਕਿ ਜਿੱਦਾਂ ਟੈਕਨੋਲੋਜੀ ਔਰ ਟੈਕਨੋਲੋਜੀ ਦੀ ਐਡਵਾਂਸਮੈਂਟ ਹੋ ਰਹੀ ਹੈ, ਠੀਕ ਹੈ, ਸੋ ਇਹ ਚੀਜ਼ਾਂ ਹੁਣ ਆਈਆਂ ਨੇ। ਤੁਸੀਂ ਦੇਖੋਗੇ ਕਿ ਹਰ ਚੀਜ਼ ਬਹੁਤ ਟਾਈਮ ਪਹਿਲਾਂ ਵੀ ਐਗਜ਼ਿਸਟ ਕਰਦੀ ਸੀ ਕਿਸੇ ਨਾ ਕਿਸੇ ਫਾਰਮ 'ਚ, ਠੀਕ ਹੈ। ਤਾਂ ਕ੍ਰਿਪਟੋਗ੍ਰਾਫੀ ਵੀ ਜਿਹੜੀ ਹੈਗੀ ਹੈ ਇਹ ਇੱਕ ਰੋਮ ਦਾ ਕਿੰਗ ਸੀਗਾ ਸੀਜ਼ਰ, ਉਸ ਦੇ ਟਾਈਮ ਤੋਂ ਇਹ ਜਿਹੜੀ ਸੀਗੀ ਕ੍ਰਿਪਟੋਗ੍ਰਾਫੀ ਯੂਜ਼ ਕੀਤੀ ਜਾ ਰਹੀ ਸੀ। ਹਾਲਾਂਕਿ ਉਹ ਲਾਈਕ ਦੂਸਰੀ ਫਾਰਮ 'ਚ ਸੀ, ਇੱਦਾਂ ਦਾ ਓਬਵੀਅਸ ਹੈ ਕੋਈ ਫ਼ੋਨ ਵਗੈਰਾ ਨਹੀਂ ਸੀਗੇ, ਹੈ ਨਾ, ਤਾਂ ਬਟ ਇੱਕ ਹੈ ਸੀ ਜਿਸ ਨੂੰ ਉਸ ਟੈਕਨੀਕ ਨੂੰ ਬੋਲਿਆ ਜਾਂਦਾ ਸੀ ਸੀਜ਼ਰ ਸਾਈਫਰ ਟੈਕਨੀਕ, ਠੀਕ ਹੈ। ਸੋ ਇਟਸ ਨੋਟ ਇੰਪੋਰਟੈਂਟ ਟੂ ਅੰਡਰਸਟੈਂਡ ਕਿ ਕੀ ਸੀ ਕੀ ਨਹੀਂ ਸੀ, ਬਟ ਇੱਕ ਮੈਂ ਜਨਰਲੀ ਤੁਹਾਨੂੰ ਇੱਕ ਐਗਜ਼ਾਮਪਲ ਦਿੱਤਾ ਹੈ ਕਿ ਇਹ ਪ੍ਰੋਸੈਸ ਜਿਹੜੀ ਹੈਗੀ ਆ ਅੱਜ ਤੋਂ ਬਹੁਤ ਸਾਲ ਪਹਿਲਾਂ ਵੀ ਜਿਹੜੀ ਸੀਗੀ ਯੂਜ਼ ਕੀਤੀ ਜਾਂਦੀ ਸੀ। ਸੋ ਦੈਟਸ ਆਲ ਅਬਾਊਟ ਕ੍ਰਿਪਟੋਗ੍ਰਾਫੀ ਦੈਟ ਯੂ ਹੈਵ ਟੂ ਨੋ, ਠੀਕ ਹੈ। ਅਤੇ ਅੱਗੇ ਅਸੀਂ ਚੱਲਦੇ ਹਾਂ, ਅੱਗੇ ਗੱਲ ਕਰਦੇ ਹਾਂ ਪ੍ਰੋਸੈਸ ਟੂ ਗੈਟ ਅ ਬਿਟਕੋਇਨ। ਹੁਣ ਬਿਟਕੋਇਨ ਅਗਰ ਤੁਹਾਨੂੰ ਲੈਣਾ ਹੈ ਤਾਂ ਉਸਦੇ ਵਿੱਚ ਦੇਖੋ ਕੀ ਪ੍ਰੋਸੈਸ ਹੁੰਦੀ ਹੈ। ਸਭ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਦੈਨ ਉਸ ਤੋਂ ਬਾਅਦ ਅਸੀਂ ਜੋ ਇਹ ਸਲਾਈਡਸ ਵਗੈਰਾ ਹੈ ਇਹਨਾਂ ਨੂੰ ਵੇਖੂੰਗੇ, ਠੀਕ ਹੈ। ਸੋ ਕੀ ਪ੍ਰੋਸੈਸ ਹੁੰਦੀਆਂ ਨੇ। ਸਭ ਤੋਂ ਪਹਿਲਾਂ ਦੇਖੋ ਬਿਟਕੋਇਨ ਤੁਹਾਨੂੰ ਪਤਾ ਹੈ ਇਹ ਇੱਕ ਡੀਸੈਂਟਰਲਾਈਜ਼ਡ ਕਰੰਸੀ ਹੈ, ਰਾਈਟ। ਇਸਨੂੰ ਕੋਈ ਵੀ ਸੈਂਟਰਲ ਅਥੋਰਿਟੀ ਰੈਗੂਲੇਟ ਨਹੀਂ ਕਰਦੀ, ਠੀਕ ਹੈ। ਹੁਣ ਮੈਂ ਤੁਹਾਨੂੰ ਕਿੱਥੇ ਸਮਝਾਵਾਂ, ਮੈਂ ਖਾਲੀ ਜਗ੍ਹਾ ਵੇਖ ਲੈਂਦੀ ਹਾਂ, ਜਸਟ ਅ ਮੋਮੈਂਟ। ਹਾਂਜੀ, ਇੱਥੇ ਖਾਲੀ ਜਗ੍ਹਾ ਅਸੀਂ ਇੱਥੇ ਸਮਝ ਲੈਂਦੇ ਹਾਂ। ਦੇਖੋ ਕਿਆ ਹੁੰਦਾ ਫੋਰ ਐਗਜ਼ਾਮਪਲ ਕਿ ਤੁਸੀਂ ਮੰਨ ਲਓ ਕਿ ਉਰੇ ਹੈਗਾ ਪਰਸਨ 1, ਠੀਕ ਹੈ, ਉਰੇ ਕੋਈ ਪਰਸਨ ਹੈ, ਠੀਕ ਹੈ, ਪਰਸਨ 1। ਇਹ ਅਸੀਂ ਵੇਖ ਰਹੇ ਹਾਂ ਕਿ ਪ੍ਰੋਸੈਸ ਕੀ ਹੈ ਬਿਟਕੋਇਨ ਨੂੰ ਲੈਣ ਦੀ, ਠੀਕ ਹੈ। ਤਾਂ ਮੰਨ ਲਓ ਕਿ ਇਸ ਬੰਦੇ ਨੇ, ਇਹ ਸੈਂਡਰ ਹੈ, ਠੀਕ ਹੈ, ਇਹ ਕੌਣ ਹੈ, ਇਹ ਸੈਂਡਰ ਹੈ। ਇੱਥੇ ਇੱਕ ਰਿਸੀਵਰ ਹੈ ਜੋ ਇਸ ਬਿਟਕੋਇਨ ਨੂੰ ਕੀ ਕਰੂਗਾ, ਰਿਸੀਵ ਕਰੂਗਾ, ਠੀਕ ਹੈ। ਇਸ ਬੰਦੇ ਕੋਲ ਕੁਛ ਬਿਟਕੋਇਨਸ ਨੇ, ਪਰਸਨ ਨੰਬਰ 1 ਕੋਲ ਕੁਛ ਬਿਟਕੋਇਨਸ ਨੇ, ਔਰ ਇੱਥੇ ਇੱਕ ਰਿਸੀਵਰ ਹੈ ਜੋ ਉਸ ਬਿਟਕੋਇਨ ਨੂੰ ਕੀ ਕਰੂਗਾ, ਰਿਸੀਵ ਕਰੂਗਾ। ਤਾਂ ਵਿੱਚ ਤਾਂ ਦੇਖੋ ਨੋਰਮਲੀ ਕੀ ਹੁੰਦਾ, ਨੋਰਮਲੀ ਅਗਰ ਤੁਸੀਂ ਅਗਰ ਤੁਸੀਂ ਨੋਰਮਲ ਕੋਈ ਟ੍ਰਾਂਜੈਕਸ਼ਨ ਕਰਦੇ ਹੋ, ਮੰਨ ਲਓ ਕਿ ਇੱਕ ਬੰਦਾ ਹੈ, ਇਹ ਬੰਦਾ ਹੈ, ਇਸਨੇ ਕੀ ਕਰਨੀ ਹੈ, ਟ੍ਰਾਂਜੈਕਸ਼ਨ ਕਰਨੀ ਹੈ, ਪੈਸੇ ਸੈਂਡ ਕਰਨੇ ਹੈ ਇਸ ਨੂੰ, ਠੀਕ ਹੈ। ਪਰਸਨ A ਨੇ
ਪੈਸੇ ਸੈਂਡ ਕਰਨੇ ਆ ਪਰਸਨ ਬੀ ਨੂੰ, ਤਾਂ ਕੀ ਹੋਊਗਾ ਵਿੱਚ 'ਚ ਕੌਣ ਹੁੰਦਾ, ਬੈਂਕ ਵਗੈਰਾ ਹੁੰਦੇ ਨੇ, ਠੀਕ ਹੈ। ਇਹ ਬੰਦਾ ਜਿਹੜਾ ਹੈਗਾ ਪੈਸੇ ਸੈਂਡ ਕਰੂਗਾ, ਬੈਂਕ ਉਸ ਟ੍ਰਾਂਜੈਕਸ਼ਨ ਨੂੰ ਵੈਰੀਫਾਈ ਕਰੂਗਾ, ਦੈਨ ਫਾਈਨਲੀ ਉਹ ਰਿਸੀਵਰ ਦੇ ਅਕਾਊਂਟ ਦੇ ਵਿੱਚ ਜਾ ਕੇ ਉਸਨੂੰ ਰਿਸੀਵ ਹੋ ਜਾਣਗੇ। ਸੋ ਵਿੱਚ 'ਚ ਉਰੇ ਤੁਸੀਂ ਦੇਖ ਰਹੇ ਹੋ ਕਿ ਕੋਈ ਨਾ ਕੋਈ ਰੈਗੂਲੇਟਿੰਗ ਅਥੋਰਿਟੀ ਹੈ ਜੋ ਟ੍ਰਾਂਜੈਕਸ਼ਨਸ ਵਗੈਰਾ ਨੂੰ ਵੇਖਦੀ ਹੈ। ਬਟ ਬਲੋਕਚੇਨ ਟੈਕਨੋਲੋਜੀ ਦੇ ਵਿੱਚ ਜਦੋਂ ਅਸੀਂ ਕ੍ਰਿਪਟੋ ਕਰੰਸੀਜ਼ ਦੀ ਫਾਰਮ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਕਰਦੇ ਹਾਂ, ਠੀਕ ਹੈ, ਤਾਂ ਉਹਨੂੰ ਕੌਣ ਦੇਖਦਾ, ਉਹਨੂੰ ਕੌਣ ਰੈਗੂਲੇਟ ਕਰਦਾ ਹੈ। ਸੋ ਉਹਦੇ ਵਿੱਚ ਕੀ ਹੁੰਦੇ ਆ, ਵਿੱਚ 'ਚ ਬਹੁਤ ਸਾਰੇ ਕੰਪਿਊਟਰਸ ਹੁੰਦੇ ਆ, ਠੀਕ ਹੈ। ਓਬਵੀਅਸ ਹੈ ਬਲੋਕਚੇਨ ਟੈਕਨੋਲੋਜੀ ਦੇ ਉੱਪਰ ਡਿਪੈਂਡ ਹੈ, ਤਾਂ ਕੰਪਿਊਟਰਸ ਦਾ ਰੋਲ ਉਰੇ ਆ ਜਾਊਗਾ। ਅਤੇ ਬਹੁਤ ਸਾਰੇ ਕੰਪਿਊਟਰਸ ਹੁੰਦੇ ਨੇ ਜੋ ਕਿ ਕਿਆ ਮੇਨਟੇਨ ਕਰਦੇ ਨੇ, ਲੈਜਰ ਮੇਨਟੇਨ ਕਰਦੇ ਨੇ। ਲੈਜਰ ਮਤਲਬ ਪੂਰਾ ਰਿਕਾਰਡ, ਬਹੀ ਖਾਤਾ ਵੀ ਜਿਸ ਨੂੰ ਬੋਲ ਦਿੰਦੇ ਆ, ਠੀਕ ਹੈ, ਕਿ ਲਾਈਕ ਕਿਹਨੇ ਟ੍ਰਾਂਜੈਕਸ਼ਨ ਕੀਤੀ ਹੈ ਅਤੇ ਕਿਹਦੇ ਕੋਲ ਗਈ ਹੈ, ਇਹ ਸਾਰਾ ਵਿੱਚ 'ਚ ਜੋ ਕੰਪਿਊਟਰਸ ਹੈ ਜੋ ਆਪਸ ਦੇ ਵਿੱਚ ਕਨੈਕਟਿਡ ਨੇ ਇਹ ਵੇਖਦੇ ਨੇ, ਠੀਕ ਹੈ। ਅਤੇ ਇਹੀ ਜਿਹੜੀ ਹੈਗੀ ਹੈ ਇਸ ਚੀਜ਼ ਨੂੰ ਕੀ ਬੋਲਦੇ ਹਾਂ ਅਸੀਂ, ਬਿਟਕੋਇਨ ਬਲੋਕਚੇਨ ਫਾਰਮ। ਇਹ ਇੱਕ ਬਲੋਕਚੇਨ ਹੈ, ਠੀਕ ਹੈ, ਔਰ ਕਿਸ ਦੇ ਰਿਗਾਰਡਿੰਗ ਹੈ, ਬਿਟਕੋਇਨ ਦੇ ਰਿਗਾਰਡਿੰਗ। ਤਾਂ ਇਹ ਕੀ ਹੋਈ, ਬਿਟਕੋਇਨ, ਜਸਟ ਅ ਮੋਮੈਂਟ, ਬਿਟਕੋਇਨ ਬਲੋਕਚੇਨ ਫਾਰਮ, ਤਾਂ ਬਣ ਗਈ ਨਾ ਇਹ ਇੱਕ ਬਿਟਕੋਇਨ ਬਲੋਕਚੇਨ ਫਾਰਮ। ਅਤੇ ਹੁਣ ਜਿਹੜੇ ਕੰਪਿਊਟਰਸ ਇਸ ਦੇ ਵਿੱਚ ਇਨਵੋਲਵ ਹੋਣਗੇ ਜੋ ਕਿ ਟ੍ਰਾਂਜੈਕਸ਼ਨ ਵਗੈਰਾ ਨੂੰ ਦੇਖਣਗੇ, ਇਹਨਾਂ ਕੰਪਿਊਟਰਸ ਨੂੰ ਬੋਲਦੇ ਹਾਂ ਅਸੀਂ ਮਾਈਨਿੰਗ ਮਸ਼ੀਨਸ। ਕੀ ਬੋਲਦੇ ਹਾਂ, ਮਾਈਨਿੰਗ ਮਸ਼ੀਨਸ, ਠੀਕ ਹੈ। ਤੋ ਜਿਹੜੀ ਬਿਟਕੋਇਨ ਮਾਈਨਿੰਗ ਹੈ, ਠੀਕ ਹੈ, ਉਹ ਇੱਕ ਕੰਪਿਊਟਰ ਬੇਸਡ ਪ੍ਰੋਗਰਾਮ ਹੈ ਜਿੱਥੇ ਕੁਛ ਵੀ ਜੋ ਪਰਸਨ ਵੰਸ ਸੈਂਡ ਕਰੂਗਾ ਕਿਸੇ ਨੂੰ, ਉਹ ਐਂਟਰੀ ਜਿਹੜੀ ਹੈਗੀ ਹੈ, ਠੀਕ ਹੈ, ਉਹਨੂੰ ਵੈਰੀਫਾਈ, ਉਹਨੂੰ ਵੇਖਣਾ ਕੌਣ ਕਰਦਾ, ਬਹੁਤ ਸਾਰੇ ਕੰਪਿਊਟਰਸ ਇੱਕ ਆਪਣਾ ਨੈਟਵਰਕ ਬਣਾ ਕੇ ਕਰਦੇ ਹੈ ਜਿਸ ਨੂੰ ਅਸੀਂ ਕੀ ਬੋਲਦੇ ਹਾਂ, ਬਿਟਕੋਇਨ ਬਲੋਕਚੇਨ, ਠੀਕ ਹੈ। ਸੋ ਬਲੋਕਚੇਨ ਜਿਹੜੀ ਹੈਗੀ ਉਹ ਡਿਫਰੈਂਟ ਕਰੰਸੀ ਦੀ ਅਲੱਗ ਹੁੰਦੀ ਆ। ਫੋਰ ਐਗਜ਼ਾਮਪਲ ਰਿਪਲ ਦੀ ਅਲੱਗ ਹੋਊਗੀ, ਠੀਕ ਹੈ, ਅਤੇ ਐਥੀਓਰਮ ਉਹਦੀ ਅਲੱਗ ਹੋਊਗੀ, ਅਤੇ ਉਹ ਸਭ ਦੀ ਅਲੱਗ ਹੁੰਦੀ ਹੈ। ਸੋ ਇੱਥੇ ਬਿਟਕੋਇਨ ਦੇ ਰਿਗਾਰਡਿੰਗ ਹੈ ਤਾਂ ਬਿਟਕੋਇਨ ਦੀ ਬਲੋਕਚੇਨ ਬਣੂਗੀ। ਸੋ ਜਦੋਂ ਵੀ ਤੁਸੀਂ ਕੋਈ ਐਂਟਰੀ ਕਰਦੇ ਹੋ, ਇਹ ਕੰਪਿਊਟਰਸ ਕੀ ਕਰਦੇ ਨੇ, ਉਹਨੂੰ ਵੈਰੀਫਾਈ ਕਰਦੇ ਨੇ, ਠੀਕ ਹੈ, ਔਰ ਫਾਈਨਲੀ ਰਿਸੀਵਰ ਕੀ ਕਰਦਾ ਹੈ, ਬਿਟਕੋਇਨ ਰਿਸੀਵ ਕਰਦਾ ਹੈ। ਸੋ ਇਹ ਟ੍ਰਾਂਜੈਕਸ਼ਨ ਦੀ ਵੈਰੀਫਿਕੇਸ਼ਨ ਇਹ ਬਹੁਤ ਸਾਰੇ ਕੰਪਿਊਟਰਸ ਜੋ ਉੱਥੇ ਹੁੰਦੇ ਨੇ ਉਹ ਕਰਦੇ ਨੇ, ਠੀਕ ਹੈ। ਹੁਣ ਦੇਖੋ, ਹੁਣ ਮੇਨ ਚੀਜ਼ ਕੀ ਆ ਗਈ, ਹਾਂਜੀ, ਅਤੇ ਇੱਥੇ ਕੀ ਬਣਾਇਆ ਸੀ ਮੈਂ, ਪਰਸਨ 1, ਠੀਕ ਹੈ। ਹੁਣ ਦੇਖੋ, ਹੁਣ ਕਾਫੀ ਇੰਪੋਰਟੈਂਟ ਚੀਜ਼ ਹੈ ਸਮਝਣ ਲਈ। ਉਰੇ ਕੌਣ ਹੈ, ਰਿਸੀਵਰ ਜੋ ਰਿਸੀਵ ਕਰੂਗਾ। ਵਿੱਚ 'ਚ ਮੈਂ ਕੀ ਦੱਸਿਆ ਸੀ, ਮਲਟੀਪਲ ਕੰਪਿਊਟਰਸ ਹੁੰਦੇ ਨੇ, ਠੀਕ ਹੈ, ਜੋ ਆਪਸ ਦੇ ਵਿੱਚ ਕਨੈਕਟਿਡ ਨੇ, ਜੋ ਕਿ ਕਰੀ ਗਈ ਟ੍ਰਾਂਜੈਕਸ਼ਨ ਨੂੰ ਕੀ ਕਰੂੰਗੇ, ਇੱਥੇ ਤੋਂ ਵੈਰੀਫਾਈ ਕਰੂੰਗੇ, ਠੀਕ ਹੈ। ਹੁਣ ਇਹ ਕਿੱਦਾਂ ਵੈਰੀਫਾਈ ਕਰਦੇ ਆ, ਇਸੇ ਦੇ ਵਿੱਚ ਇਹ ਇਸੀ ਪ੍ਰੋਸੈਸ ਨੂੰ ਬੋਲਦੇ ਆ। ਇੱਥੇ ਬਿਟਕੋਇਨ ਇਹਨਾਂ ਨੂੰ ਮਿਲੂਗਾ, ਮਾਈਨਿੰਗ ਹੋਊਗੀ। ਹੁਣ ਕਿੱਦਾਂ ਹੁੰਦੀ ਹੈ ਦੇਖੋ, ਜਦੋਂ ਇਹ ਕੰਪਿਊਟਰ ਜਿਹੜੇ ਹੈਗੇ ਹੈ, ਠੀਕ ਹੈ, ਇਹ ਇਸ ਨੂੰ ਵੈਰੀਫਾਈ ਕਰ ਰਹੇ ਹੋਣਗੇ, ਠੀਕ ਹੈ, ਲਾਈਕ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ, ਦੈਨ ਅਗਲੇ ਕੰਪਿਊਟਰ, ਦੈਨ ਨੈਕਸਟ, ਮਤਲਬ ਪੂਰਾ ਜਿਹੜਾ ਲੈਜਰ ਹੈ ਉਹ ਕੀ ਹੁੰਦਾ ਜਾ ਰਿਹਾ, ਮੇਨਟੇਨ ਹੁੰਦਾ ਜਾ ਰਿਹਾ। ਸੋ ਡਿਊਰਿੰਗ ਮੇਨਟੇਨੈਂਸ ਕੀ ਹੁੰਦਾ ਹੈ ਕਿ ਹਰ ਇੱਕ ਕੰਪਿਊਟਰ ਜਿਹੜਾ ਹੈਗਾ ਉਹਨੂੰ ਇੱਕ ਐਲਗੋਰੀਦਮ ਮਿਲਦਾ ਹੈ। ਐਲਗੋਰੀਦਮ ਲਾਈਕ ਇੱਕ ਕਾਫੀ ਡਿਫਿਕਲਟ ਕੈਲਕੂਲੇਸ਼ਨ ਮਿਲਦੀ ਹੈ ਕਰਨ ਨੂੰ, ਠੀਕ ਹੈ, ਔਰ ਜੋ ਕਿ ਉਸ ਕੰਪਿਊਟਰ ਨੂੰ ਕੀ ਕਰਨੀ ਹੁੰਦੀ ਹੈ, ਸੋਲਵ ਕਰਨੀ ਹੁੰਦੀ ਹੈ। ਜਿਹੜੇ ਇਹ ਵਿੱਚ 'ਚ ਕੰਪਿਊਟਰਸ ਹੁੰਦੇ ਆ ਨਾ, ਇਹਨਾਂ ਨੂੰ ਉਹ ਕੀ ਕਰਨੀ ਹੁੰਦੀ ਹੈ, ਸੋਲਵ ਕਰਨੀ ਹੁੰਦੀ ਹੈ, ਠੀਕ ਹੈ। ਹੁਣ ਦੇਖੋ, ਉਹਨੂੰ ਸੋਲਵ ਕਰਨ ਲਈ ਬਹੁਤ ਡਿਫਿਕਲਟ ਲੈਵਲ ਦੀ ਉਹ ਹੁੰਦੀ ਹੈ। ਉਹਨੂੰ ਸੋਲਵ ਕਰਨ ਲਈ ਤੁਹਾਡੇ ਜਿਹੜੇ ਕੰਪਿਊਟਰਸ ਹੁੰਦੇ ਆ ਨਾ, ਲਾਈਕ ਇਹਨਾਂ ਨੂੰ ਅਸੀਂ ਮਾਈਨਿੰਗ ਮਸ਼ੀਨਸ ਬੋਲ ਰਹੇ ਹਾਂ। ਹੁਣ ਕੰਪਿਊਟਰਸ ਤੁਸੀਂ ਇੱਦਾਂ ਤਾਂ ਹੈ ਨਹੀਂ ਕਿ ਐਵੇਂ ਹੀ ਕੋਈ ਵੀ ਕੰਪਿਊਟਰ ਲਗਾ ਲਓਗੇ, ਬਟ ਪਹਿਲਾਂ ਦੇਖੋ ਨੋਰਮਲ ਕੰਪਿਊਟਰ ਨਾਲ ਵੀ ਹੋ ਜਾਂਦੀ ਸੀ, ਬਟ ਹੁਣ ਜਿੱਦਾਂ ਜਿੰਨੇ ਲੋਕ ਇਨਵੋਲਵ ਹੋ ਰਹੇ ਨੇ ਇਹਦੇ ਵਿੱਚ, ਉਸ ਕਰਕੇ ਜੋ ਮਾਈਨਿੰਗ ਮਸ਼ੀਨਸ ਹੈ ਉਹ ਵੀ ਫ੍ਰੀ ਆਫ ਕਾਸਟ ਨਹੀਂ ਆਉਂਦੀਆਂ, ਉਹ ਵੀ ਕਾਫੀ ਮਹਿੰਗੀਆਂ ਹੁੰਦੀਆਂ ਨੇ, ਠੀਕ ਹੈ। ਸੋ ਇਹ ਮਾਈਨਿੰਗ ਮਸ਼ੀਨਸ ਜੋ ਹੁੰਦੀਆਂ ਨੇ, ਜਿਨ੍ਹਾਂ ਨੂੰ ਕੰਪਿਊਟਰ ਨੂੰ ਹੀ ਮਾਈਨਿੰਗ ਮਸ਼ੀਨਸ ਬੋਲ ਰਹੀ ਹਾਂ ਮੈਂ, ਠੀਕ ਹੈ, ਔਰ ਜੋ ਬਿਟਕੋਇਨ ਮਾਈਨ ਕਰਦੇ ਨੇ ਉਹਨਾਂ ਨੂੰ ਅਸੀਂ ਮਾਈਨਰਸ ਬੋਲਦੇ ਨੇ, ਠੀਕ ਹੈ। ਸੋ ਮਾਈਨਿੰਗ ਮਸ਼ੀਨਸ ਜਿਹੜੀਆਂ ਉਹ ਫ੍ਰੀ 'ਚ ਨਹੀਂ ਆਉਂਦੀਆਂ। ਅਰਲੀਅਰ ਨੋਰਮਲ ਕੰਪਿਊਟਰ ਦੀ CPU ਸੇ ਵੀ ਜਿਹੜੀ ਮਾਈਨਿੰਗ ਹੈ ਉਹਦਾ ਕੰਮ ਹੋ ਜਾਂਦਾ ਸੀਗਾ, ਬਟ ਹੁਣ ਮਾਈਨਿੰਗ ਇੰਨੀ ਈਜ਼ੀ ਨਹੀਂ ਹੈ। ਡਿਫਿਕਲਟੀ ਲੈਵਲ ਜਿੱਦਾਂ ਹਾਈ ਹੋ ਰਿਹਾ ਐਲਗੋਰੀਦਮ ਦਾ, ਠੀਕ ਹੈ, ਔਰ ਬਿਟਕੋਇਨ ਦੀ ਵੀ ਜਿਹੜੀ ਯੂਨਿਟ ਹੈ, ਤੁਸੀਂ ਮਤਲਬ ਲਾਈਕ 21 ਮਿਲੀਅਨ, ਆਈ ਥਿੰਕ, ਹਾਂ 21 ਮਿਲੀਅਨ ਤੋਂ ਉੱਪਰ ਦੀ ਜਿਹੜੇ ਬਿਟਕੋਇਨ ਹੈ ਉਹ ਲਾਈਕ
ਲਾਈਕ ਨਹੀਂ ਮਤਲਬ ਬਣਾ ਸਕਦੇ, ਠੀਕ ਹੈ। 21 ਮਿਲੀਅਨ ਦੇ ਅਰਾਊਂਡ ਹੀ ਜਿਹੜੇ ਬਿਟਕੋਇਨ ਹੈ, ਠੀਕ ਹੈ, ਉਹ ਬਣੇ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਮਾਈਨ ਕਰ ਸਕਦੇ ਹੋ, ਠੀਕ ਹੈ। ਕਿਉਂਕਿ ਇੱਕ ਜਿਹੜਾ ਬਿਟਕੋਇਨ ਹੈ ਉਸਦੀ ਵੈਲਿਊ ਅਰਾਊਂਡ 28 to 30 ਲਾਈਕ 40 ਲੱਖ ਵੀ ਹੋ ਸਕਦੀ ਹੈ, ਡਿਪੈਂਡ ਕਰਦਾ ਹੈ, ਠੀਕ ਹੈ। ਸੋ ਇਹ ਜਿਹੜੇ ਕੰਪਿਊਟਰਸ ਨੇ ਇਹ ਕੀ ਕਰੂੰਗੇ, ਇਹ ਅਲਗੋਰੀਦਮ ਨੂੰ ਕੀ ਕਰਨਗੇ, ਸੋਲਵ ਕਰਨਗੇ। ਹੁਣ ਜਦੋਂ ਇਹ ਸੋਲਵ ਕਰਦੇ ਆ ਇਸ ਨੂੰ, ਠੀਕ ਹੈ, ਤਾਂ ਉਸਦੇ ਵਿੱਚ ਦੇਖੋ ਬਹੁਤ ਸਾਰੇ ਫੈਕਟਰਸ 'ਤੇ ਡਿਪੈਂਡ ਰਹਿਣਾ ਪੈਂਦਾ ਹੈ, ਠੀਕ ਹੈ। ਉਹ ਫੈਕਟਰਸ ਕੀ ਨੇ ਉਹ ਮੈਂ ਦੱਸ ਦਿੰਦੀ ਹਾਂ। ਦੇਖੋ ਹੁਣ ਐਲਗੋਰੀਦਮ ਸੋਲਵ ਕਰਨਾ ਹੈ, ਕਿਉਂਕਿ ਓਬਵੀਅਸ ਹੈ ਤੁਹਾਨੂੰ ਬਿਟਕੋਇਨ ਮਿਲੂਗਾ, ਮਤਲਬ ਬਿਟਕੋਇਨ ਦੀ ਜੋ ਵੈਲਿਊ ਹੈ 30 to 40 to 50 ਲੱਖ ਹੋ ਸਕਦੀ ਹੈ। ਸੋ ਮਤਲਬ ਤੁਹਾਨੂੰ ਇੰਨਾ ਜ਼ਿਆਦਾ ਜਿਹੜਾ ਹੈਗਾ ਉਹਨਾਂ 1 ਬਿਟਕੋਇਨ ਪ੍ਰੋਫਿਟ ਹੁੰਦਾ ਹੈ, ਠੀਕ ਹੈ। ਸੋ ਉਹਦੇ ਲਈ ਕੀ ਕਰਨਾ ਪੈਂਦਾ ਹੈ, ਦੇਖੋ ਕਿਤਨੇ ਬਿਟਕੋਇਨ ਮਿਲਣਗੇ ਉਹ ਡਿਪੈਂਡ ਕਰਦਾ ਹੈ ਤੁਹਾਡੇ ਜੋ ਕੰਪਿਊਟਰ ਕੌਨਫੀਗਰੇਸ਼ਨ ਸਿਸਟਮ ਹੈਗਾ ਉਸ 'ਤੇ, ਕਿ ਲਾਈਕ ਤੁਹਾਡੀ ਜਿਹੜੀ ਮਾਈਨਿੰਗ ਤੁਸੀਂ ਕਰ ਰਹੇ ਹੋ ਦੈਟ ਡਿਪੈਂਡਸ ਔਨ ਸਰਟਨ ਫੈਕਟਰਸ ਲਾਈਕ ਜਿੱਦਾਂ ਕਿ ਫੈਕਟਰਸ ਕਿਹੜੇ ਫੈਕਟਰਸ ਹੋ ਗਏ। ਸਭ ਤੋਂ ਪਹਿਲਾਂ ਤਾਂ ਹੋ ਗਿਆ ਹਾਰਡਵੇਅਰ। ਹੁਣ ਦੇਖੋ ਤੁਸੀਂ ਕੰਪਿਊਟਰਸ ਵਗੈਰਾ ਖਰੀਦੋਗੇ ਬਿਟਕੋਇਨ ਮਾਈਨਿੰਗ ਲਈ, ਹੁਣ ਕਿਉਂਕਿ ਨੋਰਮਲ ਕੰਪਿਊਟਰ ਜਾਂ ਲੈਪਟੋਪਸ ਵਗੈਰਾ ਇਹਨਾਂ ਨਾਲ ਨਹੀਂ ਹੁੰਦੀ। ਸੋ ਮਿਨੀਮਮ ਵੀ ਅਗਰ ਤੁਸੀਂ ਕੰਪਿਊਟਰ ਖਰੀਦ ਰਹੇ ਹੋ ਤਾਂ 2 ਲੱਖ ਤੋਂ ਉਹਦੀ ਜਿਹੜੀ ਹੈ ਸਟਾਰਟਿੰਗ ਹੁੰਦੀ ਹੈ। ਕੰਪਿਊਟਰ 40-50 ਲੱਖ ਤੱਕ ਦਾ ਵੀ ਹੋ ਸਕਦਾ ਹੈ, ਕਿਉਂਕਿ ਇੰਨੇ ਹਾਈਲੀ ਲਾਈਕ ਐਡਵਾਂਸਡ ਕੰਪਿਊਟਰ ਜਿਹੜੇ ਹੈ ਇਹਦੇ ਵਿੱਚ ਯੂਜ਼ ਹੁੰਦੇ ਹੈ। ਸੋ ਉਹ ਡਿਪੈਂਡ ਕਰਦਾ ਪਹਿਲੀ ਗੱਲ ਤਾਂ ਤੁਹਾਡੇ ਕੰਪਿਊਟਰ ਦੇ ਹਾਰਡਵੇਅਰ 'ਤੇ, ਠੀਕ ਹੈ। ਦੂਜਾ ਡਿਪੈਂਡ ਕਰਦਾ ਹੈ ਪ੍ਰਾਈਸ ਫਲਕਚੁਏਸ਼ਨ ਆਫ ਬਿਟਕੋਇਨ, ਠੀਕ ਹੈ। ਹੁਣ ਕੀ ਹੁੰਦਾ ਕਈ ਵਾਰ ਤੁਹਾਡੇ ਜਿਹੜੇ ਬਿਟਕੋਇਨ ਹੁੰਦੇ ਹੈ ਉਹਨਾਂ ਦੇ ਪ੍ਰਾਈਸ ਫਲਕਚੁਏਟ ਕਰਦੇ ਰਹਿੰਦੇ ਆ। ਮੰਨ ਲਓ ਕਿ ਅੱਜ ਕੋਈ ਤੁਸੀਂ ਬਿਟਕੋਇਨ ਰਿਸੀਵ ਕੀਤਾ, ਅੱਜ ਅਗਰ ਉਹਦੀ ਵੈਲਿਊ 20 ਲੱਖ 40 ਜਾਂ 50 ਲੱਖ ਹੈ ਤਾਂ ਕੱਲ੍ਹ ਨੂੰ ਉਹਦੀ ਵੈਲਿਊ ਗਿਰ ਵੀ ਸਕਦੀ ਹੈ, 20 ਲੱਖ ਵੀ ਹੋ ਸਕਦੀ ਹੈ, ਕੱਲ੍ਹ ਨੂੰ ਉਹਦੀ ਵੈਲਿਊ ਵੱਧ ਕੇ ਕੀ ਪਤਾ ਜ਼ਿਆਦਾ ਹੋ ਜਾਵੇ। ਸੋ ਇਸ ਨਾਲ ਤੁਹਾਡਾ ਜਿਹੜਾ ਪ੍ਰੋਫਿਟ ਔਰ ਲੋਸ ਹੈ ਉਹ ਡਿਟਰਮਾਈਨ ਕੀਤਾ ਜਾਂਦਾ, ਉਹ ਡਿਸਾਈਡ ਹੁੰਦਾ ਹੈ ਕਿ ਕੀ ਹੈ, ਠੀਕ ਹੈ। ਦੈਨ ਜਿਹੜਾ ਥਰਡ ਫੈਕਟਰ ਆ ਗਿਆ ਉਹ ਹੈਗਾ ਇਲੈਕਟ੍ਰੀਸਿਟੀ ਕੰਜ਼ੰਪਸ਼ਨ। ਦੇਖੋ ਜਦੋਂ ਵੀ ਬਿਟਕੋਇਨ ਦੀ ਮਾਈਨਿੰਗ ਚੱਲ ਰਹੀ ਹੁੰਦੀ ਹੈ ਨਾ, ਇਹਦੇ ਵਿੱਚ ਜਦੋਂ ਇੰਨੇ ਡਿਫੀਕਲਟ ਅਲਗੋਰੀਦਮ ਸੋਲਵ ਕਰਨੇ ਪੈਂਦੇ ਆ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਇਲੈਕਟ੍ਰੀਸਿਟੀ ਕੀ ਹੈ ਕੰਜ਼ੰਪਸ਼ਨ ਹੁੰਦੀ ਹੈ, ਠੀਕ ਹੈ। ਐਂਡ ਦੈਟ ਇਜ਼ ਨਾਟ ਗੁੱਡ ਫॉर ਦ ਇਨਵਾਇਰਮੈਂਟ। ਇਵਨ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਹਾਂ ਕਿ ਬਹੁਤ ਸਾਰੀ ਜਗ੍ਹਾ 'ਤੇ ਤੁਸੀਂ ਇੱਦਾਂ ਦੇਖੋਗੇ ਕਿ ਮਾਈਨਿੰਗ ਦੇ ਫਾਰਮ ਲਗਾ ਰੱਖੇ ਨੇ। ਫਾਰਮ ਦੇਖੋ, ਫਾਰਮ ਨੋਰਮਲ ਲੈਂਗੁਏਜ 'ਚ ਕਿਹਨੂੰ ਬੋਲਦੇ ਆ, ਖੇਤਾਂ ਨੂੰ, ਬਟ ਮਾਈਨਿੰਗ ਫਾਰਮ ਤੁਸੀਂ ਇੱਦਾਂ ਲਗਾ ਲਓ ਕਿ ਕੋਈ ਇੱਕ ਇਹੋ ਜਿਹੀ ਪਲੇਸ ਹੈ ਜਿੱਥੇ ਬਹੁਤ ਸਾਰੇ ਕੰਪਿਊਟਰਸ ਦਾ ਕੀ ਕਰ ਦਿੱਤਾ ਗਿਆ। ਮੰਨ ਲਓ ਕਿ ਇੱਕ ਜਗ੍ਹਾ ਹੈ, ਜਸਟ ਅ ਮੋਮੈਂਟ, ਇੱਕ ਬਹੁਤ ਵੱਡੀ ਕਿਸੇ ਨੇ ਜਗ੍ਹਾ ਖਰੀਦ ਲਈ ਸਪੈਸੀਫਿਕਲੀ ਬਿਟਕੋਇਨ ਦੀ ਮਾਈਨਿੰਗ ਦੇ ਲਈ ਹੀ, ਠੀਕ ਹੈ। ਉੱਥੇ ਕੀ ਕਰਤਾ, ਬਹੁਤ ਸਾਰੇ ਕੰਪਿਊਟਰਸ ਜਿਹੜੇ ਹੈਗੇ ਆ ਉਹ ਇੰਸਟਾਲ ਕਰ ਦਿੱਤੇ ਗਏ ਹੈ ਜੋ ਕਿ ਸਪੈਸੀਫਿਕਲੀ ਬਿਟਕੋਇਨ ਮਾਈਨਿੰਗ ਦਾ ਹੀ ਟਾਸਕ ਕਰ ਰਹੇ ਨੇ, ਠੀਕ ਹੈ। ਅਤੇ ਇਸ ਨੂੰ ਹੀ ਬੋਲਦੇ ਹੈ ਮਾਈਨਿੰਗ ਫਾਰਮ, ਠੀਕ ਹੈ। ਇਸ ਦੇ ਵਿੱਚ ਇਹਨਾਂ ਦਾ ਸਪੈਸੀਫਿਕਲੀ ਇਹੀ ਕੰਮ ਦਿੱਤਾ ਹੁੰਦਾ। ਔਰ ਇਸ ਕੰਮ ਦੇ ਵਿੱਚ ਤੁਸੀਂ ਵੈਸੇ ਤੁਹਾਡੇ ਲਈ ਕੁਐਸਚਨ ਹੈ ਕਿ ਤੁਸੀਂ ਵੇਖਿਓ ਕਿ ਕੌਣ ਜਿਹੜਾ ਹੈਗਾ ਪੂਰੇ ਵਰਲਡ ਦੇ ਵਿੱਚ ਕਿਹੜੀ ਕੰਟਰੀ ਜਿਹੜੀ ਹੈਗੀ ਉੱਥੇ ਸਭ ਤੋਂ ਜ਼ਿਆਦਾ ਬਿਟਕੋਇਨ ਮਾਈਨਿੰਗ ਦੇ ਫਾਰਮ ਬਣੇ ਹੋਏ ਨੇ। ਐਂਡ ਤੁਸੀਂ ਇਸ ਦਾ ਜਵਾਬ ਮੈਨੂੰ ਕਮੈਂਟ ਸੈਕਸ਼ਨ 'ਚ ਲਿਖ ਕੇ ਦੇ ਸਕਦੇ ਹੋ, ਠੀਕ ਹੈ। ਅਤੇ ਇਹ ਚੀਜ਼ ਵੈਸੇ ਮੈਂ ਦੱਸ ਦਿੰਦੀ, ਆਈ ਥਿੰਕ USA ਦੇ ਵਿੱਚ ਟੌਪ 'ਤੇ, ਬਟ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਜਿਹੜੇ ਇਹ ਡਿਟੇਲਸ ਵਗੈਰਾ ਹੁੰਦੀਆਂ ਇਹ ਚੇਂਜ ਹੁੰਦੀਆਂ ਰਹਿੰਦੀਆਂ ਨੇ, ਠੀਕ ਹੈ। ਸੋ ਅੱਜ ਦੀ ਡੇਟ 'ਚ ਆਈ ਥਿੰਕ USA ਹੈ, ਬਟ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਵੀ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਤਾਂ ਉਸ ਟਾਈਮ 'ਤੇ ਕੌਣ ਜਿਹੜਾ ਹੈਗਾ ਉਹ ਟੌਪ 'ਤੇ ਆਉਂਦਾ ਇਨ ਬਿਟਕੋਇਨ ਮਾਈਨਿੰਗ, ਠੀਕ ਹੈ। ਤਾਂ ਤੁਸੀਂ ਵੇਖ ਰਹੇ ਹੋ ਕਿ ਇਹ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈਗੀ ਹੈ। ਇਸ ਦੇ ਵਿੱਚ ਬਹੁਤ ਸਾਰੀਆਂ ਫੈਕਟਰਸ ਜਿਹੜੇ ਹੈ ਉਹਨੂੰ ਕੰਸੀਡਰ ਕਰਨਾ ਪੈਂਦਾ ਹੈ, ਠੀਕ ਹੈ। ਔਰ ਬਿਟਕੋਇਨ ਦੀ ਵੀ ਤੁਸੀਂ ਦੇਖ ਸਕਦੇ ਹੋ ਕਿ ਨੋਰਮਲੀ 21 ਮਿਲੀਅਨ ਬਿਟਕੋਇਨ ਹੈ, ਠੀਕ ਹੈ। ਉਹਦੇ ਤੋਂ ਉੱਪਰ ਦੇ ਤਾਂ ਬਣੂਗੇ ਨਹੀਂ। ਸੋ ਬਿਟਕੋਇਨ ਦੀ ਜਿਹੜੀ ਮੈਕਸੀਮਮ ਵੈਲਿਊ ਹੈ, ਮਤਲਬ ਉਹਨੇ ਜਿਹੜਾ ਸਤੋਸ਼ੀ ਨਾਕਾਮੋਟੋ ਸੀ ਉਸਨੇ ਕੈਪ ਲਗਾਤੀ ਸੀ 21 ਮਿਲੀਅਨ ਤੱਕ ਹੀ ਕੋਇਨ ਤੁਸੀਂ ਕਿਆ ਕਰ ਸਕਦੇ ਹੋ, ਇਸ ਦੇ ਵਿੱਚ ਮਾਈਨ ਕਰ ਸਕਦੇ ਹੋ, ਠੀਕ ਹੈ। ਔਰ ਮੈਕਸੀਮਮ ਸਪਲਾਈ 21 ਮਿਲੀਅਨ ਕੋਇਨਸ ਦੀ ਹੈ ਅਗਰ ਮਾਰਚ 23 ਤੱਕ ਤੁਸੀਂ ਵੇਖੋ, ਠੀਕ ਹੈ। ਮਾਰਚ 23 2023, ਠੀਕ ਹੈ। ਔਰ ਹੁਣ ਤੱਕ ਮਤਲਬ ਮਾਰਚ 23 2023 ਤੱਕ ਦੀ ਡੇਟ ਦੇ ਵਿੱਚ ਤੁਸੀਂ ਦੇਖੋਗੇ ਮੋਰ ਦੈਨ 19 ਮਿਲੀਅਨ ਜਿਹੜੇ ਕੋਇਨਸ ਹੈਗੇ, ਬਿਟਕੋਇਨਸ ਹੈਗੇ ਉਹਨਾਂ ਨੂੰ ਮਾਈਨਿੰਗ ਹੋ ਚੁੱਕੀ ਹੈ। ਤਾਂ ਤੁਸੀਂ ਦੇਖ ਲਓ ਹੁਣ ਕਿੰਨੇ ਬਚੇ ਹੈ, ਠੀਕ ਹੈ।
2-3 ਮਿਲੀਅਨਸ ਜਿਹੜੇ ਹੈਗੇ ਆ ਉਹ ਬਚੇ ਹੈ, ਠੀਕ ਹੈ। ਸੋ ਇਹ ਸੀਗੀ ਪ੍ਰੋਸੈਸ ਬਿਟਕੋਇਨ ਨੂੰ ਮਾਈਨ ਕਰਨ ਦੀ। ਹੁਣ ਅਸੀਂ ਚੱਲਦੇ ਹਾਂ ਆਪਣੀ ਸਲਾਈਡਸ 'ਤੇ। ਹੁਣ ਅਸੀਂ ਇਹਨੂੰ ਜਲਦੀ ਰੀਡ ਕਰ ਲਾਂਗੇ ਕਿਉਂਕਿ ਜੋ ਮੇਨ ਚੀਜ਼ਾਂ ਸੀ ਉਹ ਮੈਂ ਤੁਹਾਨੂੰ ਦੱਸ ਦਿੱਤੀਆਂ ਨੇ, ਠੀਕ ਹੈ। ਸੋ ਹਾਂਜੀ ਇੱਥੇ ਰੀਡ ਕਰ ਲੈਂਦੇ ਆ। ਦੇਖੋ ਬਿਟਕੋਇਨ ਜਿਹੜਾ ਹੈਗਾ ਜਾਂ ਤਾਂ ਬੰਦਾ ਉਹਨੂੰ ਮਾਈਨ ਕਰ ਸਕਦਾ ਨਿਊ ਬਿਟਕੋਇਨ ਨੂੰ, ਠੀਕ ਹੈ, ਅਗਰ ਉਹਨਾਂ ਕੋਲ ਕੰਪਿਊਟਿੰਗ ਕੈਪੈਸਿਟੀ ਹੈ, ਉਹਨਾਂ ਨੂੰ ਅੱਛੀ ਨੌਲੇਜ ਹੈ ਕੰਪਿਊਟਰਸ ਦੇ ਬਾਰੇ, ਠੀਕ ਹੈ। ਪਰਚੇਜ਼ ਵੀ ਕਰ ਸਕਦੇ ਨੇ ਉਹਨਾਂ ਨੂੰ, ਠੀਕ ਹੈ। ਅਤੇ ਪਰਸਨ ਟੂ ਪਰਸਨ ਅਗਰ ਟ੍ਰਾਂਜੈਕਸ਼ਨ ਕਰਦੇ ਆ ਤਾਂ ਉਸ ਟਾਈਮ ਵੀ ਉਹਨਾਂ ਨੂੰ ਕੀ ਜੋ ਬਿਟਕੋਇਨ ਹੈਗੇ ਆ ਉਹ ਉਸ ਦੇ ਵਿੱਚ ਰਿਸੀਵ ਕਰ ਸਕਦੇ ਆ, ਠੀਕ ਹੈ। ਮਾਈਨਰਸ ਉਹਨਾਂ ਲੋਕਾਂ ਨੂੰ ਬੋਲਿਆ ਜਾਂਦਾ ਜਿਹੜੇ ਬਿਟਕੋਇਨ ਦੀ ਟ੍ਰਾਂਜੈਕਸ਼ਨ ਨੂੰ ਕੀ ਕਰਦੇ ਨੇ, ਵੈਲੀਡੇਟ ਕਰਦੇ ਨੇ, ਠੀਕ ਹੈ। ਔਰ ਇਹ ਉਸ ਪੂਰੇ ਨੈਟਵਰਕ ਨੂੰ ਸਿਕਿਉਰ ਕਰਦੇ ਨੇ ਆਪਣੇ ਹਾਰਡਵੇਅਰ ਦੇ ਥਰੂ, ਠੀਕ ਹੈ। ਜੋ ਬਿਟਕੋਇਨ ਪ੍ਰੋਟੋਕੋਲ ਹੈ ਇਹ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ, ਠੀਕ ਹੈ, ਕਿ ਜੋ ਨਿਊ ਬਿਟਕੋਇਨਸ ਕ੍ਰੀਏਟ ਹੁੰਦੇ ਜਾਊਂਗੇ ਉਹ ਫਿਕਸਡ ਰੇਟ 'ਤੇ ਹੋਣਗੇ। ਕੋਈ ਵੀ ਜੋ ਡਿਵੈਲਪਰ ਹੈ ਉਹਦੇ ਕੋਲ ਇੰਨੀ ਪਾਵਰ ਨਹੀਂ ਹੁੰਦੀ ਕਿ ਉਹ ਆਪਣੇ ਆਪਣੇ ਅਕੋਰਡਿੰਗਲੀ ਮੈਨੀਪੂਲੇਟ ਕਰ ਸਕੇ ਸਿਸਟਮ ਨੂੰ ਆਪਣੇ ਪ੍ਰੋਫਿਟ ਇੰਕਰੀਜ਼ ਕਰਨ ਲਈ। ਉਹ ਫਿਕਸਡ ਰੇਟ 'ਤੇ ਹੀ ਜੋ ਹੈ ਕ੍ਰੀਏਟ ਕੀਤੇ ਜਾਂਦੇ ਹੈ, ਠੀਕ ਹੈ। ਦੂਸਰਾ ਇਹ ਹੈ ਜੋ ਕਿ ਮੈਂ ਦੱਸ ਚੁੱਕੀ ਹਾਂ ਕਿ ਬਿਟਕੋਇਨ ਜਿਹੜਾ ਹੈਗਾ ਉਹ ਓਨਲੀ 21 ਮਿਲੀਅਨ ਯੂਨਿਟਸ ਜਿਹੜੀਆਂ ਹੈਗੀਆਂ ਉਹ ਕ੍ਰੀਏਟ ਕੀਤੀਆਂ ਗਈਆਂ ਨੇ, ਇਸ ਤੋਂ ਜ਼ਿਆਦਾ ਤੁਸੀਂ ਨਹੀਂ ਕਰ ਸਕਦੇ, ਠੀਕ ਹੈ। ਔਰ ਬਿਟਕੋਇਨ ਐਕਸਚੇਂਜ ਇੱਕ ਫੰਕਸ਼ਨ ਕਰਦਾ ਹੈ ਬੈਂਕ ਦੀ ਤਰ੍ਹਾਂ ਹੀ, ਜਿੱਥੇ ਪਰਸਨ ਬਾਈ ਕਰਦੇ ਨੇ ਜਾਂ ਸੈਲ ਕਰਦੇ ਨੇ ਬਿਟਕੋਇਨ ਟ੍ਰੈਡੀਸ਼ਨਲ ਕਰੰਸੀ ਦੇ ਐਕਸਚੇਂਜ ਦੇ ਵਿੱਚ, ਠੀਕ ਹੈ। ਡਿਪੈਂਡ ਕਰਦਾ ਡਿਮਾਂਡ ਕੀ ਹੈ, ਸਪਲਾਈ ਕੀ ਹੈ ਬਿਟਕੋਇਨ ਦੇ, ਕਿਉਂਕਿ ਪ੍ਰਾਈਸ ਵੀ ਕੀ ਕਰਦੇ ਰਹਿੰਦੇ ਨੇ, ਕੰਟੀਨਿਊਸਲੀ ਫਲਕਚੁਏਟ ਕਰਦੇ ਰਹਿੰਦੇ ਨੇ, ਠੀਕ ਹੈ। ਇਹ ਪ੍ਰੋਸੈਸ ਵੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿ ਮੰਨ ਲਓ ਇਹ ਬਿਟਕੋਇਨ ਸੌਫਟਵੇਅਰ ਹੈ। ਹੁਣ ਨਿਊ ਕ੍ਰਿਪਟੋਗ੍ਰਾਫੀ ਚੈਲੰਜ ਜਿਹੜਾ ਹੈ ਹਰ 10 ਮਿੰਟ ਬਾਅਦ ਆਉਂਦਾ ਰਹਿੰਦਾ ਹੈ, ਉਹਨਾਂ ਨੂੰ ਐਲਗੋਰੀਦਮ ਵਗੈਰਾ ਮਿਲਦੇ ਹੈ ਸੋਲਵ ਕਰਨ ਦੇ ਲਈ, ਠੀਕ ਹੈ। ਅਤੇ ਹੁਣ ਇਹ ਪੂਰੀ ਕਮਿਊਨਿਟੀ ਹੈ, ਬਿਟਕੋਇਨ ਮਾਈਨਰ ਲੱਗੇ ਹੋਏ ਆ ਸਾਰੇ, ਠੀਕ ਹੈ, ਕੀ ਕਰਨ ਦੇ ਵਿੱਚ, ਚੈਲੰਜ ਸੋਲਵ ਕਰਨ ਦੇ ਵਿੱਚ, ਠੀਕ ਹੈ। ਹੁਣ ਮੰਨ ਲਓ ਕਿਸੇ ਇੱਕ ਮਾਈਨਰ ਨੇ ਸੋਲਵ ਕਰ ਲਿਆ ਕ੍ਰਿਪਟੋਗ੍ਰਾਫਿਕ ਚੈਲੰਜ ਸਭ ਤੋਂ ਪਹਿਲਾਂ, ਠੀਕ ਹੈ। ਤਾਂ ਜਿਹੜੇ ਰੈਸਟ ਆਫ ਦੇ ਮਾਈਨਰਸ ਹੈ ਉਹ ਕੀ ਕਰਨਗੇ, ਵੈਰੀਫਾਈ ਕਰਨਗੇ ਕਿ ਕਿਸ ਨੂੰ ਜਿਹੜਾ ਨਿਊ ਬਲੋਕ ਮਾਈਨ ਕੀਤਾ ਗਿਆ ਉਸ ਨੂੰ ਵੈਲੀਡੇਟ ਕਰਨਗੇ, ਠੀਕ ਹੈ। ਦੈਨ ਉਸ ਤੋਂ ਬਾਅਦ ਵੈਲੀਡੇਟ ਅਗਰ ਠੀਕ ਮਤਲਬ ਹੋ ਜਾਂਦੀ ਹੈ ਤਾਂ ਜਿਹੜਾ ਨਿਊ ਬਲੋਕ ਹੈਗਾ ਉਸ ਦੀ ਜਿਹੜੀ ਟ੍ਰਾਂਜੈਕਸ਼ਨ ਹੈ, ਠੀਕ ਹੈ, ਉਹ ਐਡ ਕਰ ਦਿੱਤੀ ਜਾਂਦੀ ਹੈ ਬਿਟਕੋਇਨ ਬਲੋਕਚੇਨ ਦੇ ਵਿੱਚ। ਔਰ ਜਿਸ ਨੇ ਉਹ ਐਲਗੋਰੀਦਮ ਸੋਲਵ ਕੀਤਾ ਸੀਗਾ ਤਾਂ ਵਿਨਿੰਗ ਮਾਈਨਰ ਜਿਹੜਾ ਹੁੰਦਾ ਹੈ ਉਸ ਨੂੰ ਐਜ਼ ਅ ਰਿਵਾਰਡ ਜਿਹੜਾ ਹੈਗਾ ਮਿਲਦਾ ਹੈ, ਠੀਕ ਹੈ, ਕਿ ਬਿਟਕੋਇਨ, ਠੀਕ ਹੈ। ਸੋ ਇਸ ਤਰ੍ਹਾਂ ਜਿਹੜਾ ਹੈਗਾ ਬਿਟਕੋਇਨ ਜਿਹੜੀ ਹੈਗੀ ਆ ਉਹ ਅਚੀਵ ਕੀਤੀ ਜਾਂਦੀ ਹੈ। ਦੈਨ ਅਸੀਂ ਗੱਲ ਕਰਦੇ ਹਾਂ ਕਿ ਸਿਨੈਰੀਓ ਕੀ ਹੈ ਕ੍ਰਿਪਟੋ ਕਰੰਸੀਜ਼ ਦਾ ਇੰਡੀਆ ਦੇ ਵਿੱਚ, ਠੀਕ ਹੈ। ਤੋ ਕੰਟਰੀਜ਼ ਜਿਹੜਾ ਸਾਡੀ ਕੰਟਰੀ ਦਾ ਸੈਂਟਰਲ ਬੈਂਕ ਹੈ ਦੈਟ ਇਜ਼ RBI, ਉਸਨੇ ਇੱਕ ਸਰਕੂਲਰ ਪਬਲਿਸ਼ ਕੀਤਾ ਸੀਗਾ 2018 ਦੇ ਵਿੱਚ ਅਪ੍ਰੈਲ ਮੰਥ 'ਚ, ਕਿ ਇਹ ਕਿਹਾ ਗਿਆ ਸੀ RBI ਦੁਆਰਾ ਕਿ ਜੋ ਰੈਗੂਲੇਟਿਡ ਫਰਮਸ ਨੇ, ਇਹੋ ਜਿਹੀ ਫਰਮਸ, ਇਹੋ ਜਿਹੀ ਕੰਪਨੀਜ਼ ਜੋ ਕਿ ਗਵਰਨਮੈਂਟ ਜਾਂ RBI ਦੁਆਰਾ ਰੈਗੂਲੇਟ ਕੀਤੀਆਂ ਜਾਂਦੀਆਂ ਨੇ, ਕਿ ਉਹ ਆਪਣੀ ਸਰਵਿਸਿਜ਼ ਇਹੋ ਜਿਹੇ ਕੰਪਨੀਜ਼ ਜਾਂ ਇਹੋ ਜਿਹੇ ਕਸਟਮਰਸ ਨੂੰ ਨਾ ਆਫਰ ਕਰਨ ਜੋ ਕਿ ਕ੍ਰਿਪਟੋ ਕਰੰਸੀ ਦੇ ਵਿੱਚ ਇੰਗੇਜਡ ਨੇ, ਠੀਕ ਹੈ, ਕ੍ਰਿਪਟੋ ਕਰੰਸੀਜ਼ ਦੇ ਥਰੂ ਟ੍ਰਾਂਜੈਕਸ਼ਨਸ ਵਗੈਰਾ ਕਰਦੇ ਨੇ ਜਾਂ ਟ੍ਰੇਡਿੰਗ ਵਗੈਰਾ ਕਰਦੇ ਨੇ। ਸੋ ਇਹ ਜਿਹੜਾ ਸਰਕੂਲਰ ਇਹਨਾਂ ਨੇ ਪਬਲਿਸ਼ ਕੀਤਾ ਸੀਗਾ, ਠੀਕ ਹੈ, ਇਸ ਦੇ ਵਿੱਚ ਬੈਂਕਸ ਜਾਂ ਕੋਈ ਵੀ ਜੋ ਫਾਈਨੈਂਸ਼ੀਅਲ ਔਰਗਨਾਈਜੇਸ਼ਨ ਹੈ ਉਹਨਾਂ ਨੂੰ ਇਸ ਚੀਜ਼ ਦੀ ਮਨਾਹੀ ਕੀਤੀ ਗਈ ਸੀ ਕਿ ਉਹ ਕੋਈ ਵੀ ਐਸੀ ਟ੍ਰਾਂਜੈਕਸ਼ਨ ਨੂੰ ਸਪੋਰਟ ਨਹੀਂ ਕਰਨਗੇ ਜੋ ਕਿ ਕ੍ਰਿਪਟੋ ਕਰੰਸੀਜ਼ ਯੂਜ਼ ਕਰਕੇ ਕੀ ਜੋ ਹੈ ਕੀਤੀ ਜਾਂਦੀ ਹੈ, ਠੀਕ ਹੈ। ਸੋ ਦੈਨ ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਰੂਲਿੰਗ ਆਈ, ਠੀਕ ਹੈ। RBI ਦਾ ਜਿਹੜਾ ਸਰਕੂਲਰ ਹੈ ਉਸ ਨੂੰ ਸੁਪਰੀਮ ਕੋਰਟ ਨੇ ਸਟਰਕ ਡਾਊਨ ਕਰਤਾ, ਹਟਾਤਾ, ਬਿਕੋਜ਼ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਅਨਲੌਫੁਲ ਹੈ। ਜਿਹੜਾ ਡਿਸੀਜਨ ਸੀਗਾ ਇਹ ਕਾਫੀ ਕ੍ਰੂਸ਼ੀਅਲ ਇੰਪੋਰਟੈਂਟ ਟਰਨਿੰਗ ਪੁਆਇੰਟ ਸੀਗਾ, ਬਿਕੋਜ਼ ਇਸ ਜੋ ਜਜਮੈਂਟ ਹੈ ਉਸ ਦੇ ਹੋਣ ਨਾਲ ਇਹ ਚੀਜ਼ ਤਾਂ ਕਲੈਰੀਫਾਈ ਹੋ ਗਈ ਕਿ ਕ੍ਰਿਪਟੋ ਕਰੰਸੀਜ਼ ਦੀ ਜਿਹੜੀ ਲੀਗੈਲਿਟੀ ਹੈ ਉਹ ਕੀ ਹੈ, ਠੀਕ ਹੈ, ਇੰਡੀਆ ਦੇ ਵਿੱਚ। ਅਤੇ ਇੱਕ ਨਵੀਂ ਹੋਪ ਮਿਲ ਗਈ ਉਹ ਲੋਕਾਂ ਨੂੰ, ਉਹ ਕਸਟਮਰਸ ਨੂੰ ਜੋ ਇਸ ਦੇ ਵਿੱਚ ਟ੍ਰੇਡਿੰਗ ਕਰਦੇ ਸੀ, ਕਿਉਂਕਿ ਅਗਰ ਸੁਪਰੀਮ ਕੋਰਟ ਵੀ RBI ਦੇ ਫੇਵਰ ਦੇ ਵਿੱਚ ਜਜਮੈਂਟ ਦੇ ਦਿੰਦਾ ਤਾਂ ਆਈ ਥਿੰਕ ਇੱਥੇ ਉਸ ਸੈਕਟਰ ਦੀ ਗਰੋਥ ਕਰਨ ਦੀ ਜਿਹੜੀ ਚਾਂਸਿਸ ਸੀਗੇ ਉਹ ਬਿਲਕੁਲ ਵੀ ਨਹੀਂ ਹੋਣੇ ਸੀਗੇ। ਬਟ
ਜਿੱਦਾਂ ਹੀ ਸੁਪਰੀਮ ਕੋਰਟ ਨੇ ਆਪਣੀ ਜੋ ਜਜਮੈਂਟ ਹੈ ਉਹ RBI ਦੇ ਅਗੇਂਸਟ ਦਿੱਤੀ ਤਾਂ ਇੱਥੇ ਇੱਕ ਹੋਪ ਮਿਲ ਗਈ ਕਿ ਇਹ ਸੈਕਟਰ ਜਿਹੜਾ ਹੈਗਾ ਆਉਣ ਵਾਲੇ ਟਾਈਮ 'ਚ ਇੰਡੀਆ ਦੇ ਵਿੱਚ ਕੀ ਕਰ ਸਕਦਾ ਹੈ, ਗਰੋ ਕਰ ਸਕਦਾ ਹੈ। ਠੀਕ ਹੈ, ਦੈਨ ਉਸ ਤੋਂ ਬਾਅਦ ਜੋ ਇੰਡੀਅਨ ਗਵਰਨਮੈਂਟ ਸੀਗੀ ਉਹਨਾਂ ਨੇ ਔਰ ਅਥੋਰਿਟੀਜ਼ ਸੀਗੀਆਂ ਉਹਨਾਂ ਨੇ ਕੀ ਕੀਤਾ, ਕ੍ਰਿਪਟੋ ਕਰੰਸੀਜ਼ ਦੇ ਲਈ ਇੱਕ ਫਰੇਮਵਰਕ ਜੋ ਉਹ ਤਿਆਰ ਕੀਤਾ। ਠੀਕ ਹੈ, ਜਦੋਂ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਦੈਨ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਨੇ ਅਨਾਊਂਸ ਕੀਤੇ ਕੁਛ ਰੂਲਸ ਜਨਵਰੀ 2021 ਦੇ ਵਿੱਚ, ਜਿਸ ਦੇ ਵਿੱਚ ਉਹਨਾਂ ਨੇ ਇਹ ਚੀਜ਼ ਮੈਂਡੇਟਰੀ ਕਰਤੀ, ਜ਼ਰੂਰੀ ਕਰਤੀ ਕਿ ਜੋ ਬਿਜ਼ਨਸਿਸ ਟ੍ਰੇਡ ਕਰਦੇ ਨੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਉਹਨਾਂ ਨੂੰ ਆਪਣੀ ਜੋ ਹੋਲਡਿੰਗਸ ਹੈ ਫਾਈਨੈਂਸ਼ੀਅਲ, ਜਸਟ ਅ ਮੋਮੈਂਟ, ਸੌਰੀ ਗਾਈਜ਼ ਐਕਚੁਅਲੀ ਕੋਈ ਆ ਗਿਆ ਸੀਗਾ। ਹਾਂਜੀ, ਤਾਂ ਅਸੀਂ ਕੀ ਗੱਲ ਕਰ ਰਹੇ ਸੀ, ਜੋ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਸੀ ਉਸਨੇ ਅਨਾਊਂਸ ਕੀਤੇ ਸੀ ਕੁਛ ਨਵੇਂ ਰੂਲਸ ਜਨਵਰੀ 2021 'ਚ, ਜਿਸ ਦੇ ਵਿੱਚ ਇਹ ਮੈਂਡੇਟਰੀ ਜ਼ਰੂਰੀ ਕੀਤਾ ਗਿਆ ਸੀ ਬਿਜ਼ਨਸਿਸ ਨੂੰ ਕਿ ਜੋ ਟ੍ਰੇਡ ਕਰਦੇ ਨੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਕਿ ਉਹਨਾਂ ਨੂੰ ਆਪਣੇ ਜੋ ਫਾਈਨੈਂਸ਼ੀਅਲ ਅਕਾਊਂਟ ਦੇ ਵਿੱਚ ਉਹ ਕਿੰਨਾ ਜੋ ਉਹਨਾਂ ਦੀ ਹੋਲਡਿੰਗਸ ਹੈ ਜੋ ਹੋਲਡ ਕਰਦੇ ਨੇ ਉਹ ਚੀਜ਼ ਰਿਵੀਲ ਕਰਨੀ ਪਊਗੀ। ਠੀਕ ਹੈ, ਸੋ ਇਸ ਨਾਲ ਕੀ ਹੈ ਗਵਰਨਮੈਂਟ ਜਿਹੜੀ ਹੈਗੀ ਉਹ ਇਨਸ਼ੋਰ ਕਰਨਾ ਚਾਹੁੰਦੀ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਕੀ ਹੈ ਟਰਾਂਸਪੇਰੈਂਸੀ ਆਵੇ। ਦੈਨ ਜੋ ਕੰਟਰੀ ਦੀ ਸਿਕਿਉਰਿਟੀਜ਼ ਰੈਗੂਲੇਟਰ ਹੈ, ਠੀਕ ਹੈ, ਜੋ ਤੁਸੀਂ ਸੇਬੀ ਦੇ ਬਾਰੇ ਸੁਣਿਆ ਹੋਊਗਾ, ਇਹ ਜਿਹੜਾ ਹੈਗਾ ਸਟਾਕ ਮਾਰਕੀਟ ਲਈ ਕਾਫੀ ਜ਼ਿਆਦਾ ਫੇਮਸ ਹੈ। ਠੀਕ ਹੈ, ਇਸ ਦੇ ਵਿੱਚ ਸਿਕਿਉਰਿਟੀ ਸੈਲ ਐਂਡ ਬਾਈ ਕੀਤੀ ਜਾਂਦੀਆਂ ਨੇ। ਠੀਕ ਹੈ, ਸੋ ਸੇਬੀ ਨੇ ਵੀ ਕਿਹਾ ਸੀਗਾ ਦੈਟ ਇਟ ਹੈਜ਼ ਟੂ ਸੇਫਗਾਰਡ ਇਨਵੈਸਟਰ ਐਂਡ ਸਟਾਪ ਫਰਾਡਲੈਂਟ ਪ੍ਰੈਕਟਿਸਿਸ। ਸੇਬੀ ਹੈਜ਼ ਬੀਨ ਲੁਕਿੰਗ ਐਟ ਦ ਪੋਸੀਬਿਲਿਟੀ ਆਫ ਇੰਪਲੀਮੈਂਟਿੰਗ ਕੰਪਰੀਹੈਂਸਿਵ ਲਾਜ਼ ਟੂ ਕੰਟਰੋਲ ਕ੍ਰਿਪਟੋ ਕਰੰਸੀ ਰਿਲੇਟਿਡ ਫੰਡ ਰੇਜ਼ਿੰਗ ਐਕਟੀਵਿਟੀ। ਤੋ ਸੇਬੀ ਦਾ ਵੀ ਬੇਸਿਕਲੀ ਇਹੀ ਕਹਿਣਾ ਸੀ ਕਿ ਜੋ ਸਾਡੀ ਜਿਹੜੀ ਜ਼ਿੰਮੇਵਾਰੀ ਉਹ ਇਹ ਬਣਦੀ ਹੈ ਕਿ ਅਸੀਂ ਜੋ ਇਨਵੈਸਟਰ ਹੈ ਜੋ ਕ੍ਰਿਪਟੋ ਕਰੰਸੀਜ਼ ਦੇ ਨੂੰ ਯੂਜ਼ ਕਰਕੇ ਇਨਵੈਸਟ ਕਰ ਰਹੇ ਨੇ, ਠੀਕ ਹੈ, ਉਹਨਾਂ ਦੇ ਜੋ ਇੰਟਰਸਟ ਹੈ ਉਹਨੂੰ ਸੇਫਗਾਰਡ ਕੀਤਾ ਜਾਵੇ। ਠੀਕ ਹੈ, ਤਾਂ ਕਿ ਜੋ ਫਰੋਡ ਵਾਲੀ ਪ੍ਰੈਕਟਿਸਿਸ ਹੈ ਉਹ ਨਾ ਹੋ ਸਕਣ। ਔਰ ਸੇਬੀ ਜੋ ਹੈ ਉਹ ਇਹ ਵੀ ਦੇਖ ਰਹੀ ਹੈ ਕਿ ਪੋਸੀਬਿਲਿਟੀਜ਼ ਕਿ ਅਸੀਂ ਅਗਰ ਕੋਈ ਕੰਪਰੀਹੈਂਸਿਵ ਲਾਅ ਜਿਹੜੇ ਹੈਗੇ ਲੈ ਕੇ ਆ ਸਕਦੇ ਹੈ ਕਿ ਜਿਸ ਦੇ ਥਰੂ ਅਸੀਂ ਕ੍ਰਿਪਟੋ ਕਰੰਸੀ ਨੂੰ ਵੀ ਕੀ ਕਰੀਏ, ਕੰਟਰੋਲ ਕਰ ਲਈਏ ਔਰ ਇਨਵੈਸਟਰਸ ਜਿਹੜੇ ਹੈਗੇ ਆ ਉਹਨਾਂ ਦੇ ਵੀ ਜੋ ਇੰਟਰਸਟ ਹੈ ਉਹ ਕੀ ਰਹਿ ਸਕਣ, ਸਿਕਿਉਰ ਰਹਿ ਸਕਣ। ਠੀਕ ਹੈ, ਦੈਨ ਅਸੀਂ ਅੱਗੇ ਗੱਲ ਕਰਦੇ ਹਾਂ ਕਰੰਟ ਸਿਚੁਏਸ਼ਨ ਇਨ ਇੰਡੀਆ। ਅਤੇ ਇੰਡੀਆ ਦੇ ਵਿੱਚ ਹੁਣ ਕਰੰਟ ਸਿਚੁਏਸ਼ਨ ਕੀ ਹੈ, ਟ੍ਰੇਡਿੰਗ ਜਿਹੜੀ ਹੈਗੀ ਹੈ ਕ੍ਰਿਪਟੋ ਕਰੰਸੀ ਦੀ ਹੁਣ ਇੰਡੀਆ ਦੇ ਵਿੱਚ ਅਲਾਓ ਕਰ ਦਿੱਤੀ ਗਈ ਹੈ ਔਰ ਜੋ ਟੈਕਸ ਹੈ 30% ਉਹ ਉਹਨਾਂ 'ਤੇ ਚਾਰਜ ਕੀਤਾ ਜਾਂਦਾ ਹੈ। ਠੀਕ ਹੈ, ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੇ ਉੱਪਰ ਟੈਕਸ ਜਿਹੜਾ ਹੈਗਾ ਉਹ ਲੱਗਦਾ ਹੈ। ਠੀਕ ਹੈ, ਦੈਨ ਉਸ ਤੋਂ ਬਾਅਦ ਜਿਹੜਾ ਸਟੇਟਸ ਆਫ ਲੀਗਲ ਟੈਂਡਰ ਹੈ ਉਹ ਕ੍ਰਿਪਟੋ ਕਰੰਸੀਜ਼ ਨੂੰ ਹਜੇ ਨਹੀਂ ਦਿੱਤਾ ਗਿਆ ਹੈ ਐਂਡ ਆਈ ਥਿੰਕ ਵਰਲਡ ਦੇ ਵਿੱਚ ਕਿਸੇ ਵੀ ਕੰਟਰੀ ਨੇ ਇਹਨੂੰ ਲੀਗਲ ਟੈਂਡਰ ਦਾ ਜਿਹੜਾ ਹੈਗੀ ਸਟੇਟਸ ਨਹੀਂ ਦਿੱਤਾ। ਵੈਸੇ ਤੁਸੀਂ ਚੈੱਕ ਕਰ ਸਕਦੇ ਹੋ ਇੰਟਰਨੈਟ 'ਤੇ, ਬਟ ਹਜੇ ਲਈ ਮੇਰੇ ਖਿਆਲ ਤੋਂ ਨਹੀਂ ਦਿੱਤਾ ਗਿਆ। ਠੀਕ ਹੈ, ਸੋ ਇਹਨਾਂ ਨੂੰ ਤੁਸੀਂ ਅਗਰ ਲੀਗਲ ਟੈਂਡਰ ਨਹੀਂ ਦਿੱਤਾ ਗਿਆ ਸੋ ਦੈਟ ਮੀਨਸ ਕਿ ਇਸ ਨੂੰ ਬੈਂਕਿੰਗ ਪਰਪਸਿਸ ਲਈ ਅਸੀਂ ਯੂਜ਼ ਨਹੀਂ ਕਰ ਸਕਦੇ। ਠੀਕ ਹੈ, ਲੀਗਲ ਟੈਂਡਰ ਅਨਲਿਮਿਟਿਡ ਲੀਗਲ ਟੈਂਡਰ ਵੀ ਅਸੀਂ ਪੜ੍ਹਿਆ ਸੀ ਆਪਣੀ ਲਾਸਟ ਵੀਡੀਓ ਦੇ ਵਿੱਚ, ਸੋ ਅਗਰ ਤੁਸੀਂ ਭੁੱਲ ਗਏ ਹੋ ਦੈਨ ਉੱਥੇ ਜਾ ਕੇ ਤੁਸੀਂ ਰਿਵੀਜ਼ਨ ਉਸਦੀ ਕਰ ਸਕਦੇ ਹੋ। ਠੀਕ ਹੈ, ਦੈਨ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਪ੍ਰੋਬਲਮਸ ਅੰਡਰ ਕ੍ਰਿਪਟੋ ਕਰੰਸੀਜ਼। ਦੇਖੋ ਉਹੀ ਚੀਜ਼ ਮੈਂ ਤੁਹਾਨੂੰ ਦੱਸੀ ਸੀ ਕਿ ਕੋਈ ਵੀ ਚੀਜ਼ ਹੁੰਦੀ ਆ ਉਸਦੇ ਆਪਣੇ ਪ੍ਰੋਜ਼ ਐਂਡ ਕੌਨਸੀਕੁਐਂਸਿਸ ਹੁੰਦੇ ਨੇ। ਸੋ ਇਹਦੇ ਵੀ ਆਪਣੇ ਕੁਛ ਪ੍ਰੋਬਲਮਸ ਨੇ ਕ੍ਰਿਪਟੋ ਕਰੰਸੀਜ਼ ਦੀ। ਸਭ ਤੋਂ ਪਹਿਲਾਂ ਇਹ ਹੈਗਾ ਕਿ ਨੋਨ ਟ੍ਰੇਸੇਬਲ। ਹੁਣ ਦੇਖੋ ਜਿਹੜਾ ਟਰਾਂਸਫਰ ਹੁੰਦਾ ਹੈ ਕ੍ਰਿਪਟੋ ਕਰੰਸੀਜ਼ ਦੇ ਵਿੱਚ ਇਸ 'ਚ ਕੋਈ ਵੀ ਮਿਡਲਮੈਨ ਜਾਂ ਥਰਡ ਪਾਰਟੀ ਜਿਹੜੀ ਇਨਵੋਲਵ ਨਹੀਂ ਹੁੰਦੀ, ਤਾਂ ਟ੍ਰਾਂਜੈਕਸ਼ਨ ਤਾਂ ਈਜ਼ੀਲੀ ਹੋ ਜਾਂਦੀਆਂ ਨੇ ਬਟ ਇੱਕ ਵਾਰ ਅਗਰ ਹੋ ਗਈਆਂ ਤਾਂ ਤੁਸੀਂ ਰਿਵਰਸ ਨਹੀਂ ਕਰ ਸਕਦੇ। ਤਾਂ ਮੰਨ ਲਓ ਕਿ ਅਗਰ ਉਸ ਟ੍ਰਾਂਜੈਕਸ਼ਨ ਦੇ ਵਿੱਚ ਹੀ ਕੋਈ ਸਮ ਸੌਰਟ ਆਫ ਇਲੀਗਲ ਟ੍ਰਾਂਜੈਕਸ਼ਨ ਹੋਈ ਹੈ, ਠੀਕ ਹੈ, ਜਾਂ ਕੁਛ ਵੀ ਇੱਦਾਂ ਕੋਈ ਫਰੋਡ ਤੁਹਾਡੇ ਨਾਲ ਫਰੋਡ ਹੋਇਆ, ਸਕੈਮ ਹੋਇਆ, ਸੋ ਉਹਦੇ ਲਈ ਤੁਸੀਂ ਕਿਹਦੇ ਕੋਲ ਜਾਓਗੇ। ਠੀਕ ਹੈ, ਸੋ ਇੱਥੇ ਜਿਹੜਾ ਹੈਗਾ ਤੁਸੀਂ ਉਹਨੂੰ ਟਰੇਸ ਨਹੀਂ ਕਰ ਸਕਦੇ ਅਤੇ ਇਸ ਕਰਕੇ ਤੁਹਾਡੇ ਨਾਲ ਅਗਰ ਤੁਹਾਡਾ ਇੱਕ ਵਾਰ ਪੈਸਾ ਇੱਥੇ ਲੋਸ ਹੋ ਗਿਆ ਤਾਂ ਉਹ ਚਲਾ ਗਿਆ ਦੈਨ ਵਾਪਿਸ ਉਸਨੂੰ ਲੈ ਕੇ ਆਉਣਾ ਉਹ ਪੋਸੀਬਲ ਨਹੀਂ ਹੈ। ਦੈਨ ਉਸ ਤੋਂ ਬਾਅਦ ਡੀਸੈਂਟਰਲਾਈਜ਼ਡ ਨੇਚਰ। ਇਹਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਕੋਈ ਅਗਰ ਗਵਰਨਮੈਂਟ ਜਾਂ ਫਾਈਨੈਂਸ਼ੀਅਲ ਅਥੋਰਿਟੀ ਉਸਨੂੰ ਰੈਗੂਲੇਟ ਨਹੀਂ ਕਰਦੀ ਤਾਂ ਇਹੋ ਜਿਹੀ ਹੀ ਕੋਈ ਵੀ ਸਿਸਟਮ ਨੂੰ ਅਸੀਂ ਡੀਸੈਂਟਰਲਾਈਜ਼ ਸਿਸਟਮ ਬੋਲਦੇ ਨੇ। ਤਾਂ ਡੀਸੈਂਟਰਲਾਈਜੇਸ਼ਨ ਕ੍ਰਿਪਟੋ ਕਰੰਸੀਜ਼ ਦਾ ਮਤਲਬ ਹੁੰਦਾ ਹੈ ਕਿ ਅਗਰ ਕੋਈ ਵੀ ਪਾਰਟੀ ਇਨਵੋਲਵ ਹੈ ਟ੍ਰਾਂਜੈਕਸ਼ਨ ਦੇ ਵਿੱਚ ਔਰ ਉਸਨੂੰ ਕੋਈ ਵੀ ਇਸ਼ੂ ਫੇਸ ਕਰਨਾ ਪੈ ਜਾਂਦਾ ਹੈ ਡਿਊਰਿੰਗ ਕ੍ਰਿਪਟੋ ਕਰੰਸੀ ਟ੍ਰਾਂਜੈਕਸ਼ਨ, ਸੋ ਉਸ ਲਈ ਕੋਈ ਵੀ ਅਥੋਰਿਟੀ ਨਹੀਂ ਹੈ ਰਿਜ਼ੋਲਵ ਕਰਨ ਲਈ। ਠੀਕ ਹੈ, ਅਤੇ
ਇਹ ਨੋਨ ਟ੍ਰੇਸੇਬਲ ਨਾਲ ਹੀ ਲਿੰਕ ਕਰਦਾ ਹੈ। ਨੋਨ ਟ੍ਰੇਸੇਬਲ ਦੇ ਵਿੱਚ ਅਗਰ ਕੋਈ ਲੀਗਲ ਟ੍ਰਾਂਜੈਕਸ਼ਨ ਹੋਈ ਹੈ ਮੰਨ ਲਓ, ਠੀਕ ਹੈ, ਤਾਂ ਟਰੇਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਤਾ ਹੀ ਨਹੀਂ ਨਾ ਹੁੰਦਾ ਹੈਗਾ, ਠੀਕ ਹੈ। ਦੈਨ ਉਸ ਤੋਂ ਬਾਅਦ ਵੋਲੇਟਾਈਲ ਹੈ ਨੇਚਰ ਦੇ ਵਿੱਚ। ਇਹ ਵੀ ਅਸੀਂ ਵੇਖਿਆ ਸੀ ਕਿ ਕ੍ਰਿਪਟੋ ਕਰੰਸੀਜ਼ ਜਿਹੜੀਆਂ ਅਤੇ ਉਹਨਾਂ ਦੀ ਵੈਲਿਊਜ਼ ਉਹ ਵੇਰੀ ਕਰਦੀ ਹੈ ਟਾਈਮ ਟੂ ਟਾਈਮ। ਪ੍ਰਾਈਜ਼ਿਸ ਫਲਕਚੁਏਟ ਕਰਦੇ ਰਹਿੰਦੇ ਨੇ ਔਰ ਈਵਨ ਸ਼ਾਰਟ ਸਪੈਨ ਆਫ ਟਾਈਮ ਬੜੀ ਛੇਤੀ ਪ੍ਰਾਈਸ ਫਲਕਚੁਏਟ ਕਰਦੇ ਨੇ, ਠੀਕ ਹੈ। ਔਰ ਅਗਰ ਮੰਨ ਲਓ ਕਿਸੇ ਬੰਦੇ ਨੇ ਇਨਵੈਸਟ ਕੀਤਾ ਹੈ ਤਾਂ ਉਸ ਨਾਲ ਕੀ ਹੁੰਦਾ ਹੈ, ਇਕੋਨਮੀ 'ਤੇ, ਹੋਲ ਇਕੋਨਮੀ 'ਤੇ ਵੀ ਕੀ ਪੈਂਦਾ ਹੈ, ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈ, ਠੀਕ ਹੈ। ਦੈਨ ਉਸ ਤੋਂ ਬਾਅਦ ਸਕੈਮਸ ਦੀ ਗੱਲ ਕਰਦੇ ਹਾਂ। ਪੀਪਲ ਦੇਖੋ ਹਜੇ ਵੀ ਚਾਹੇ ਬਹੁਤ ਸਾਰੇ ਲੋਕ ਇਹਨੂੰ ਯੂਜ਼ ਕਰਦੇ ਨੇ ਬਟ ਸਟਿਲ ਉਹ ਇੰਨੇ ਜ਼ਿਆਦਾ ਅਵੇਅਰ ਨਹੀਂ ਹੈਗੇ ਇਹਦੇ ਸਿਕਿਉਰਿਟੀ ਸਿਸਟਮ ਦੇ ਰਿਗਾਰਡਿੰਗ, ਇਸ ਦਾ ਫਿਊਚਰ ਕੀ ਹੋਊਗਾ। ਸੋ ਇਸ ਨਾਲ ਕੀ ਹੈ, ਹੁਣ ਹੈਕਰਸ ਜਿਹੜੇ ਹੈਗੇ ਹੈ ਔਰ ਸਕੈਮਰਸ ਜਿਹੜੇ ਹੈਗੇ ਆ ਉਹਨਾਂ ਨੂੰ ਕੀ ਹੈ, ਐਡਵਾਂਟੇਜ ਹੈ, ਠੀਕ ਹੈ। ਹੁਣ ਦੇਖੋ ਯਾਰ, ਮੰਨਿਆ ਕਿ ਬਲੋਕਚੇਨ ਟੈਕਨੋਲੋਜੀ ਜਿਹੜੀ ਹੈਗੀ ਆ ਉਸਨੂੰ ਹੈਕ ਕਰਨਾ ਇਜ਼ ਨੀਅਰ ਟੂ ਇੰਪੋਸੀਬਲ, ਬਟ ਕਹਿੰਦੇ ਆ ਨਾ ਹਰ ਇੱਕ ਬਾਪ ਦਾ ਵੀ ਬਾਪ ਹੁੰਦਾ ਹੈ, ਠੀਕ ਹੈ। ਤਾਂ ਡਿਪੈਂਡ ਕਰਦਾ ਹੈ ਹੁਣ ਜਿੱਦਾਂ ਜਿੱਦਾਂ ਟੈਕਨੋਲੋਜੀ ਵੀ ਐਡਵਾਂਸ ਕਰਦੀ ਜਾ ਰਹੀ ਹੈ, ਲੋਕ ਵੀ ਬਹੁਤ ਜ਼ਿਆਦਾ ਐਡਵਾਂਸ ਹੋ ਰਹੇ ਨੇ, ਹੈਕਰਸ ਵੀ ਬਹੁਤ ਜ਼ਿਆਦਾ ਐਡਵਾਂਸ ਹੋ ਰਹੇ ਨੇ। ਸੋ ਹੋ ਸਕਦਾ ਹੈ ਕਿ ਹਜੇ ਲਈ ਇਟਸ ਨੈਕਸਟ ਟੂ ਇੰਪੋਸੀਬਲ ਇਸ ਨੂੰ ਹੈਕ ਕਰਨਾ, ਬਟ ਫਿਊਚਰ 'ਚ ਕੁਛ ਵੀ ਹੋ ਸਕਦਾ ਹੈ, ਵੀ ਡੋਂਟ ਨੋ, ਠੀਕ ਹੈ। ਸੋ ਇਸ ਲਈ ਸਕੈਮਰਸ ਜਾਂ ਹੈਕਰਸ ਜਿਹੜੇ ਹੈਗੇ ਉਹਨਾਂ ਨੂੰ ਇਸ ਚੀਜ਼ ਦੀ ਕੀ ਹੈ, ਐਡਵਾਂਟੇਜ ਹੈ। ਦੈਨ ਉਸ ਤੋਂ ਬਾਅਦ ਕੁਛ ਮਿਸਲੇਨੀਅਸ ਪ੍ਰੋਬਲਮਸ ਵੀ ਨੇ, ਲਾਈਕ ਇਨਵਾਇਰਮੈਂਟ। ਤੁਹਾਨੂੰ ਮੈਂ ਦੱਸਿਆ ਸੀ ਕਿ ਬਿਟਕੋਇਨ ਦੀ ਜਦੋਂ ਬਿਟਕੋਇਨ ਦੀ ਜਦੋਂ ਮਾਈਨਿੰਗ ਹੁੰਦੀ ਹੈ ਤਾਂ ਕੰਪਿਊਟਰਸ ਵਿੱਚੋਂ ਬਹੁਤ ਜ਼ਿਆਦਾ ਹੀਟ ਜਿਹੜੀ ਹੈਗੀ ਹੈ ਨਿਕਲਦੀ ਹੈ ਅਤੇ ਇਲੈਕਟ੍ਰੀਸਿਟੀ ਕੰਜ਼ੰਪਸ਼ਨ ਬਹੁਤ ਹਾਈ ਹੁੰਦਾ ਹੈ, ਜਿਸ ਕਰਕੇ ਕੀ ਹੁੰਦਾ ਹੈ, ਇਨਵਾਇਰਮੈਂਟ ਨੂੰ ਡੀਗਰੇਡ ਜਿਹੜਾ ਕੀਤਾ ਜਾਂਦਾ ਹੈ। ਐਨੋਨੀਮਿਟੀ ਹੁੰਦੀ ਹੈ, ਕਿਹਨੂੰ ਤੁਸੀਂ ਟ੍ਰਾਂਜੈਕਸ਼ਨ ਕਰ ਰਹੇ ਹੋ ਪਤਾ ਨਹੀਂ ਹੁੰਦਾ ਹੈਗਾ, ਠੀਕ ਹੈ। ਕਿਉਂਕਿ ਜਦੋਂ ਬੈਂਕ ਦੇ ਰਾਹੀਂ ਕਰਦੇ ਹੋ ਤਾਂ ਪੂਰੀ ਡਿਟੇਲ ਵਗੈਰਾ ਹੁੰਦੀ ਹੈ ਕਸਟਮਰ ਦੀ, ਤੁਸੀਂ ਵੇਖਿਆ ਹੋਊਗਾ ਬੈਂਕ ਦੇ ਵਿੱਚ ਤੁਹਾਡੀ ਪ੍ਰੋਪਰ KYC ਕੀਤੀ ਜਾਂਦੀ ਹੈ, ਬਟ ਇੱਥੇ ਇੱਦਾਂ ਦਾ ਕੋਈ ਵੀ ਸੀਨ ਨਹੀਂ ਹੈਗਾ। ਤੀਸਰਾ, ਮਨੀ ਲਾਂਡਰਿੰਗ ਵਗੈਰਾ ਲਈ ਵੀ ਇਹਨੂੰ ਯੂਜ਼ ਕਰ ਸਕਦੇ ਨੇ, ਇਹਦੇ ਬਾਰੇ ਵੀ ਅਸੀਂ ਅੱਗੇ ਜਿਹੜਾ ਹੈਗਾ ਡਿਸਕਸ ਕਰਾਂਗੇ, ਠੀਕ ਹੈ। ਸੋ ਦੀਜ਼ ਆਰ ਸਮ ਆਫ ਦਾ ਪ੍ਰੋਬਲਮਸ ਅੰਡਰ ਕ੍ਰਿਪਟੋ ਕਰੰਸੀਜ਼। ਇਸ ਤੋਂ ਹੋਰ ਜ਼ਿਆਦਾ ਪ੍ਰੋਬਲਮਸ ਵੀ ਨੇ, ਬਟ ਜੋ ਮੇਨ ਸੀ ਉਹ ਅਸੀਂ ਵੇਖ ਲਈਆਂ ਨੇ। ਇੱਕ ਟੈਰਰ ਫਾਈਨੈਂਸਿੰਗ ਜਿਹੜਾ ਹੈਗਾ, ਇੱਥੇ ਤੁਹਾਨੂੰ ਵਿਖ ਨਹੀਂ ਰਿਹਾ ਹੋਊਗਾ, ਇਹ ਜਿਹੜਾ ਵਰਡ ਲਿਖਿਆ ਹੋਇਆ ਮੈਂ ਇੱਥੇ ਲਿਖ ਦਿੰਦੀ ਹਾਂ, ਫਾਈਨੈਂਸਿੰਗ। ਟੈਰਰ ਰਿਗਾਰਡਿੰਗ ਐਕਟੀਵਿਟੀਜ਼ ਫਾਈਨੈਂਸ ਕਰਨੀਆਂ, ਉਹਨਾਂ ਲਈ ਪੈਸੇ ਦੇਣੇ ਹੈ, ਉਹ ਵੀ ਬਿਟਕੋਇਨ ਦੀ ਫੋਰਮ ਦੇ ਵਿੱਚ ਕੀ ਹੈ, ਕੀਤੇ ਜਾਂਦੇ ਹੈ, ਠੀਕ ਹੈ। ਸੋ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਐਡਵਾਂਟੇਜਸ ਕੀ ਨੇ ਕ੍ਰਿਪਟੋ ਕਰੰਸੀਜ਼ ਦੀ। ਸਭ ਤੋਂ ਪਹਿਲੀ ਐਡਵਾਂਟੇਜ ਹੈ ਕੋਸਟ ਇਫੈਕਟਿਵ। ਹੁਣ ਜਿਹੜੀ ਟ੍ਰਾਂਜੈਕਸ਼ਨਲ ਕੋਸਟ ਹੈ ਉਹ ਇਸ ਦੇ ਵਿੱਚ ਜਾਂ ਤਾਂ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ ਜਾਂ ਨੈਗਲੀਜੀਬਲ, ਜ਼ੀਰੋ ਹੁੰਦੀ ਹੈ, ਠੀਕ ਹੈ। ਕਿਉਂਕਿ ਜੇ ਥਰਡ ਪਾਰਟੀ ਨਹੀਂ ਹੈ ਵਿੱਚ 'ਚ, ਤਾਂ ਨੋਰਮਲੀ ਕੀ ਹੈ, ਬੈਂਕ ਤੋਂ ਤੁਸੀਂ ਦੂਸਰੇ ਬੈਂਕ 'ਚ ਕਿਸੇ 'ਚ ਟ੍ਰਾਂਸਫਰ ਕਰ ਰਹੇ ਹੋ, ਠੀਕ ਹੈ, ਤਾਂ ਉਸ ਲਈ ਤੁਸੀਂ ਬੈਂਕ ਜਿਹੜਾ ਹੈਗਾ ਉਹ ਟ੍ਰਾਂਜੈਕਸ਼ਨ ਵੈਲੀਡੇਟ ਕਰਨ ਲਈ ਕੁਛ ਫੀ ਜਿਹੜਾ ਹੈਗਾ ਉਹ ਚਾਰਜ ਕਰਦਾ ਹੈ। ਬਟ ਇੱਥੇ ਜੇ ਕੋਈ ਥਰਡ ਪਾਰਟੀ ਹੈ ਹੀ ਨਹੀਂ, ਕੋਈ ਅਥੋਰਿਟੀ ਹੈ ਹੀ ਨਹੀਂ ਜੋ ਰੈਗੂਲੇਟ ਕਰ ਰਹੀ ਹੈ, ਸੋ ਇੱਥੇ ਕੋਈ ਵੀ ਜਿਹੜੀ ਫੀ ਹੈ ਉਹ ਨਹੀਂ ਚਾਰਜ ਕੀਤੀ ਜਾਂਦੀ, ਠੀਕ ਹੈ। ਦੈਨ ਉਸ ਤੋਂ ਬਾਅਦ ਆ ਗਿਆ ਲੋਅਰ ਐਂਟਰੀ ਬੈਰੀਅਰ। ਲੋ ਐਂਟਰੀ ਬੈਰੀਅਰ ਦਾ ਮਤਲਬ ਹੁੰਦਾ ਦੈਟ ਪੀਪਲ who may not have access to traditional banking services due to financial or like geographical constraint can still use cryptocurrencies। मतलब कि like ਜਿਹੜੇ ਲੋਕ ਹੈ ਜਿਹੜੇ ਟਰੈਡੀਸ਼ਨਲ ਬੈਂਕਿੰਗ ਸਰਵਿਸਿਜ਼ ਨੂੰ, ਜੋ ਹੁਣ ਤੱਕ ਨੋਰਮਲੀ ਬੈਂਕਿੰਗ ਸਰਵਿਸਿਜ਼ ਚੱਲਦੀ ਆ ਰਹੀਆਂ ਨੇ, ਉਹਨੂੰ ਐਕਸੈਸ ਨਹੀਂ ਕਰ ਸਕਦੇ ਕਿਸੇ ਵੀ ਰੀਜ਼ਨ ਕਰਕੇ। ਸ਼ਾਇਦ ਉਹ ਉਸ ਇਲਾਕੇ 'ਚ ਰਹਿੰਦੇ ਹੈ ਜਿੱਥੇ ਬੈਂਕਸ ਨੇੜੇ ਤੇੜੇ ਨਹੀਂ ਹੈ, ਜਾਂ ਪੈਸੇ ਕਰਕੇ ਜੋ ਹੈ ਉਹ ਪੈਸੇ ਦੀ ਪ੍ਰੋਬਲਮ ਕਰਕੇ ਬੈਂਕਿੰਗ ਨੂੰ ਐਕਸੈਸ ਨਹੀਂ ਕਰ ਸਕਦੇ, ਉਹ ਸਟਿਲ ਕ੍ਰਿਪਟੋ ਕਰੰਸੀਜ਼ ਦਾ ਯੂਜ਼ ਕਰ ਸਕਦੇ ਹੈ। ਲਾਈਕ ਉਹਨਾਂ ਨੂੰ ਕੋਈ ਵੀ ਰਿਕੁਆਇਰਮੈਂਟਸ ਦੀ ਜ਼ਰੂਰਤ ਨਹੀਂ ਹੈ ਆਪਣੀ ਐਂਟਰੀ ਕਰਵਾਉਣ ਲਈ, ਠੀਕ ਹੈ। ਜਸਟ ਦੋ ਚੀਜ਼ਾਂ ਚਾਹੀਦੀਆਂ ਨੇ ਕਿ ਲਾਈਕ ਮਤਲਬ ਕਿ ਜਿਵੇਂ ਕਿ ਤੁਸੀਂ ਬੈਂਕਿੰਗ 'ਚ ਵੀ, ਈਵਨ ਬੈਂਕ 'ਚ ਵੀ ਖਾਤਾ ਖੁਲਵਾਉਣ ਜਾਂਦੇ ਤਾਂ ਉਹਦੇ ਵਿੱਚ ਤੁਸੀਂ ਵੇਖਿਆ ਹੋਊਗਾ ਕਿ ਤੁਹਾਨੂੰ ਕਾਫੀ ਸਾਰੇ ਡਾਕੂਮੈਂਟਸ ਦਿਖਾਉਣੇ ਪੈਂਦੇ ਹੈ, ਠੀਕ ਹੈ, ਸਾਈਨ ਵਗੈਰਾ ਕਰਨੇ ਪੈਂਦੇ ਹੈ, ਬਟ ਇਹਦੇ ਵਿੱਚ ਇੱਦਾਂ ਦਾ ਕੋਈ ਵੀ ਸੀਨ ਨਹੀਂ ਹੈਗਾ, ਠੀਕ ਹੈ। ਦੈਨ ਹਾਂਜੀ, ਦੈਨ ਬਸ ਇਸ ਦੇ ਵਿੱਚ ਦੋ ਚੀਜ਼ਾਂ ਚਾਹੀਦੀਆਂ ਨੇ ਆਪਣੀ ਐਂਟਰੀ ਕਰਵਾਉਣ ਲਈ, ਠੀਕ ਹੈ। ਦੈਟ ਇਜ਼ ਸਮਾਰਟਫੋਨ ਐਂਡ ਇੰਟਰਨੈਟ ਐਕਸੈਸ। ਇੱਕ ਸਮਾਰਟਫੋਨ ਹੋਣਾ ਚਾਹੀਦਾ ਔਰ ਇੰਟਰਨੈਟ ਐਕਸੈਸ, ਦੈਨ ਯੂ ਆਰ ਆਲ ਰੈਡੀ ਟੂ ਯੂਜ਼ ਕ੍ਰਿਪਟੋ ਕਰੰਸੀਜ਼, ਠੀਕ ਹੈ। ਦੈਨ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਮੋਰ ਪਾਵਰ ਟੂ ਪੀਪਲ, ਠੀਕ ਹੈ। ਪੀਪਲ ਕੋਲ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ ਕਿਉਂਕਿ ਕੋਈ ਅਥੋਰਿਟੀ ਨਹੀਂ ਹੈ ਨਾ,
ਰੈਗੂਲੇਟ ਕਰਨ ਲਈ ਲੋਕ ਆਪਣੇ ਆਪ ਹੀ ਜੋ ਹੈ ਇੱਕ ਦੂਜੇ ਨਾਲ ਟ੍ਰਾਂਜੈਕਸ਼ਨਸ ਜਿਹੜੀਆਂ ਨੇ ਕਰ ਰਹੀਆਂ ਨੇ, ਠੀਕ ਹੈ। ਅਤੇ ਕੋਈ ਵਿੱਚ 'ਚ ਮਤਲਬ ਇੱਦਾਂ ਇਨਵੋਲਵ ਨਹੀਂ ਹੁੰਦਾ ਹੈਗਾ ਜੋ ਉਸ ਚੀਜ਼ ਨੂੰ ਰੈਗੂਲੇਟ ਕਰੇ, ਠੀਕ ਹੈ। ਦੈਨ ਹੈ ਪ੍ਰੀਵੇਸੀ ਪ੍ਰੋਟੈਕਸ਼ਨ। ਹੁਣ ਦੇਖੋ ਤੁਹਾਨੂੰ ਹੁਣ ਕੋਈ ਵੀ ਆਪਣਾ ਅਕਾਊਂਟ ਵਗੈਰਾ ਉਹ ਰਜਿਸਟਰ ਨਹੀਂ ਕਰਵਾਉਣਾ ਪੈਂਦਾ, ਠੀਕ ਹੈ। ਲਾਈਕ ਐਜ਼ ਯੂ ਡੂ ਨਾਟ ਹੈਵ ਟੂ ਰਜਿਸਟਰ ਫੋਰ ਐਨ ਅਕਾਊਂਟ ਐਟ ਅ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਟੂ ਟ੍ਰਾਂਜੈਕਟ ਵਿਦ ਕ੍ਰਿਪਟੋ ਕਰੰਸੀ, ਯੂ ਕੈਨ ਮੇਨਟੇਨ ਅ ਲੈਵਲ ਆਫ ਪ੍ਰੀਵੇਸੀ। ਤਾਂ ਇੱਥੇ ਕੀ ਹੁੰਦਾ ਹੈ, ਇੱਕ ਸੈਕਿੰਡ, ਜਸਟ ਅ ਮੋਮੈਂਟ। ਹਾਂਜੀ ਸੋਰੀ। ਅਤੇ ਪ੍ਰੀਵੇਸੀ ਪ੍ਰੋਟੈਕਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਨੂੰ ਲਾਈਕ ਆਪਣੇ ਆਪ ਨੂੰ ਰਜਿਸਟਰ ਨਹੀਂ ਕਰਨਾ ਪੈਂਦਾ, ਲਾਈਕ ਆਪਣਾ ਅਕਾਊਂਟ ਵਗੈਰਾ ਜਿਵੇਂ ਤੁਸੀਂ ਬਣਾਉਂਦੇ ਹੋ ਪ੍ਰੋਪਰ ਉਸ 'ਚ ਆਪਣੀ ਇਨਫੋਰਮੇਸ਼ਨ ਵਗੈਰਾ ਦਿੰਦੇ ਹੋ, ਠੀਕ ਹੈ। ਤੁਹਾਡੇ ਸਾਰੇ ਜਿਵੇਂ ਕਿ ਬੈਂਕ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਤੁਹਾਡੇ ਸਾਰੇ ਡਾਕੂਮੈਂਟਸ ਵਗੈਰਾ ਜਿਹੜੇ ਹੈ ਤੁਹਾਡੇ ਤੋਂ ਆਧਾਰ ਕਾਰਡ ਅਤੇ ਡਿਟੇਲਸ ਵਗੈਰਾ ਬਹੁਤ ਕੁਛ ਜਿਹੜਾ ਲਿੱਤਾ ਜਾਂਦਾ ਹੈ। ਇਹਦੇ ਵਿੱਚ ਇੱਦਾਂ ਨਹੀਂ ਹੈ, ਸਿੰਪਲੀ ਤੁਸੀਂ ਆਪਣੇ ਉਸਦਾ ਨਾਮ ਰੱਖ ਸਕਦੇ ਹੋ, ਠੀਕ ਹੈ, ਜਿਸ ਤੋਂ ਤੁਸੀਂ ਜਿਸ ਅਕਾਊਂਟ ਦੇ ਥਰੂ ਤੁਸੀਂ ਕੀ ਕਰ ਰਹੇ ਹੋ ਉਹ ਪੂਰੀ ਲਾਈਕ ਬਿਟਕੋਇਨ ਵਗੈਰਾ ਦੀ ਰਿਗਾਰਡਿੰਗ ਟ੍ਰਾਂਜੈਕਸ਼ਨ ਕਰ ਰਹੇ ਹੋ, ਠੀਕ ਹੈ। ਅਤੇ ਇਸ ਨਾਲ ਤੁਹਾਡੀ ਜੋ ਪ੍ਰੀਵੇਸੀ ਆ ਉਹ ਵੀ ਮੇਨਟੇਨ ਰਹਿੰਦੀ ਹੈ, ਠੀਕ ਹੈ। ਦੈਨ ਉਸ ਤੋਂ ਬਾਅਦ ਟ੍ਰਾਂਜੈਕਸ਼ਨ ਸਪੀਡ ਦੀ ਗੱਲ ਕਰਦੇ ਹਾਂ, ਬਹੁਤ ਛੇਤੀ ਟ੍ਰਾਂਜੈਕਸ਼ਨਸ ਹੁੰਦੀਆਂ ਨੇ। ਨੋਰਮਲੀ ਬੈਂਕ ਦੇ ਥਰੂ ਤੁਸੀਂ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਉਹ ਟਾਈਮ ਲੈਂਦੀਆਂ ਨੇ, ਠੀਕ ਹੈ। RTGS, ਨੈਫਟ, IMPS ਇਹ ਤੁਸੀਂ ਅੱਗੇ ਵੇਖੋਗੇ, ਇਹਨਾਂ ਦੇ ਬਾਰੇ ਵੀ ਮੈਂ ਲੈਕਚਰਸ ਲੈ ਕੇ ਆਵਾਂਗੀ। ਬਟ ਉਰੇ ਟ੍ਰਾਂਜੈਕਸ਼ਨ ਸਪੀਡ ਬਹੁਤ ਹੀ ਫਾਸਟ ਹੁੰਦੀ ਹੈ, ਬਹੁਤ ਹੀ ਲਾਈਕ ਘੱਟ ਟਾਈਮ ਦੇ ਵਿੱਚ ਜਿਹੜੇ ਬਿਟਕੋਇਨਸ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚ ਜਾਂਦੇ ਨੇ। ਦੈਨ ਅਸੈਸਿਬਿਲਿਟੀ ਲਾਈਕ ਕ੍ਰਿਪਟੋ ਕਰੰਸੀਜ਼ ਜਿਹੜੇ ਹੈਗੇ ਹੈ ਉਸ ਨਾਲ ਇਹੋ ਜਿਹੇ ਲੋਕ ਜੋ ਨੋਰਮਲੀ ਫਾਈਨੈਂਸ਼ੀਅਲ ਸਰਵਿਸਿਜ਼ ਨਹੀਂ ਐਕਸੈਸ ਕਰ ਪਾਉਂਦੇ, ਨਹੀਂ ਪਹੁੰਚ ਪਾਉਂਦੇ ਫਾਈਨੈਂਸ਼ੀਅਲ ਸਰਵਿਸਿਜ਼ ਤੱਕ, ਉਹ ਕਰ ਸਕਦੇ ਨੇ, ਠੀਕ ਹੈ। ਬਿਕੋਜ਼ ਇਹ ਪੂਰਾ ਡੀਸੈਂਟਰਲਾਈਜ਼ਡ ਨੈਟਵਰਕ ਹੈ, ਠੀਕ ਹੈ। ਤਾਂ ਮਤਲਬ ਇਸ ਦਾ ਐਕਸੈਸ ਹਰ ਕਿਸੇ ਨੂੰ ਹੈ, ਠੀਕ ਹੈ। ਜਸਟ ਇੱਕ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਦੈਨ ਉਸ ਤੋਂ ਬਾਅਦ ਗੱਲ ਕਰਦੇ ਹਾਂ ਸੇਫ ਐਂਡ ਸਿਕਿਉਰਿਟੀ ਦੀ। ਟ੍ਰਾਂਜੈਕਸ਼ਨ ਇਹਦੇ ਵਿੱਚ ਸੇਫ ਹੁੰਦੀਆਂ ਨੇ, ਹਜੇ ਤੱਕ ਤਾਂ ਮਤਲਬ ਸੇਫ ਐਂਡ ਸਿਕਿਉਰ ਨੇ, ਔਰ ਕੋਈ ਵੀ ਡਬਲ ਸਪੈਂਡ ਵਗੈਰਾ ਦਾ ਇਸ ਦੇ ਵਿੱਚ ਕੋਈ ਵੀ ਚਾਂਸ ਨਹੀਂ ਹੁੰਦਾ ਹੈਗਾ। ਬਟ ਇਨ ਫਿਊਚਰ ਪਤਾ ਨਹੀਂ ਇੱਦਾਂ ਹੋਵੇ ਨਾ ਹੋਵੇ, ਠੀਕ ਹੈ। ਬਟ ਹਜੇ ਲਈ ਤਾਂ ਨੈਕਸਟ ਟੂ ਇੰਪੋਸੀਬਲ ਇਹਨੂੰ ਮੈਨੀਪੂਲੇਟ ਕਰਨਾ, ਠੀਕ ਹੈ। ਦੈਨ ਅਸੀਂ ਅੱਗੇ ਡਿਸਕਸ ਕਰਦੇ ਹਾਂ ਸਰਫੇਸ ਵੈਬ, ਡੀਪ ਵੈਬ, ਦੈਨ ਇਹ ਸਾਡਾ ਹੈ ਡਾਰਕ ਵੈਬ। ਹਾਂਜੀ, ਐਕਚੁਅਲੀ ਅਗਰ ਮੈਂ ਇਹਦੇ ਬਾਰੇ ਹੁਣੇ ਡਿਸਕਸ ਕੀਤਾ ਦੈਨ ਲੈਕਚਰ ਜਿਹੜਾ ਹੈਗਾ ਉਹ ਸਾਡਾ ਥੋੜ੍ਹਾ ਹੋਰ ਲੰਬਾ ਚਲਿਆ ਜਾਊਗਾ। ਸੋ ਆਈ ਵੁੱਡ ਸੁਜੈਸਟ ਕਿ ਮੈਨੂੰ ਇੱਥੇ ਹੀ ਜੋ ਹੈ ਉਹ ਖ਼ਤਮ ਕਰਦੀ ਹਾਂ। ਨੈਕਸਟ ਵੀਡੀਓ ਦੇ ਵਿੱਚ ਅਸੀਂ ਸਰਫੇਸ ਵੈਬ, ਡਾਰਕ ਵੈਬ, ਡੀਪ ਵੈਬ ਬਾਰੇ ਵੇਖ ਲਵਾਂਗੇ। ਅਤੇ ਇੱਕ ਲਾਸਟ ਟੋਪਿਕ ਰਹਿ ਜਾਊਗਾ ਨੋਨ ਫੰਜੀਬਲ ਟੋਕਨ, ਠੀਕ ਹੈ। ਟੋਕਨ ਉਹ ਫਿਰ ਉਹ ਅਸੀਂ ਡਿਸਕਸ ਕਰਕੇ ਜੋ ਹੈਗਾ ਅੱਗੇ ਆਪਣਾ ਜਿਹੜਾ ਬੈਂਕਿੰਗ ਸਿਸਟਮ ਹੈ ਉਹਦੇ ਬਾਰੇ ਪੜ੍ਹਨਾ ਜਿਹੜਾ ਹੈਗਾ ਉਹ ਸਟਾਰਟ ਕਰ ਦੇਵਾਂਗੇ। ਸੋ ਅੱਜ ਦੀ ਵੀਡੀਓ ਜਿਹੜੀ ਹੈਗੀ ਆ ਉਹ ਇੰਨੀ ਹੀ ਹੋਊਗੀ। ਔਰ ਅਗਰ ਤੁਸੀਂ ਕੋਈ ਵੀ ਤੁਹਾਨੂੰ ਕਿਸੇ ਪੁਆਇੰਟ ਦੇ ਵਿੱਚ ਸਮਝਣ ਦੇ ਵਿੱਚ ਦਿੱਕਤ ਆਈ ਹੈ, ਕੋਈ ਵੀ ਪ੍ਰੋਬਲਮ ਹੁੰਦੀ ਹੈ, ਦੈਨ ਯੂ ਕੈਨ ਡਰੋਪ ਯੋਰ ਕਮੈਂਟ ਇਨ ਕਮੈਂਟ ਸੈਕਸ਼ਨ, ਠੀਕ ਹੈ। ਅਤੇ ਬਾਕੀ ਅੱਜ ਲਈ ਸਿਰਫ ਇੰਨਾ ਹੀ, ਠੀਕ ਹੈ। ਗੁੱਡ ਬਾਏ, ਟੇਕ ਕੇਅਰ, ਹੈਵ ਅ ਨਾਈਸ ਡੇ, ਐਂਡ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਬਾਏ ਬਾਏ।